ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਜੇ ਕਰੋਨਾ ਵਾਇਰਸ ਕੋਵਿਡ-19 ਦੇ ਕਰਕੇ ਤੁਹਾਡੀ ਜੌਬ ਚਲੀ ਗਈ ਹੈ, ਤੁਹਾਡੀ ਹੈਲਥ ਇੰਸ਼ੋਰੈਂਸ ਬੰਦ ਹੋ ਗਈ ਹੈ, ਤੁਸੀਂ ਅਜੇ ਵੀ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਜੇ ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਹੈ, ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਤੁਸੀਂ ਚੇਂਜਸ ਕਰਨਾ ਚਾਹੁੰਦੇ ਹੋ, ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਰੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਮੱਖਣ ਸਿੰਘ ਮਾਨ ਵਿਸਕਾਂਸਨ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ 408 272 400। ਇਹਨਾਂ ਨੂੰ ਕਾਲ ਕਰ ਸਕਦੇ ਹੋ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਭਾਰਤ ਨੇ ਬਣਾਇਆ ਆ ਕਰੋਨਾ ਦੇ ਟਾਕਰੇ ਦੇ ਲਈ ਯੂਵੀ ਬਲਾਸਟਰ। ਦੇਖੋ, ਯੂਵੀ ਬਲਾਸਟਰ ਹੈ ਜਿਹੜਾ, ਉਹ ਇਹ ਨਹੀਂ ਹੈਗਾ ਕਿ ਹੁਣ ਸਰੀਰਾਂ ਦੇ ਵਿੱਚ ਵੜ ਜਾਊਗਾ ਜਾਂ ਸਰੀਰਾਂ ਦੇ ਅੰਦਰੋਂ ਕਰੋਨਾ ਕੱਢ ਲਿਆਊਗਾ। ਕਿਤੇ ਇਹ ਨਾ ਹੋਵੇ ਕਿ ਡੋਨਲਡ ਟਰੰਪ ਦੀ ਸਲਾਹ ਨੂੰ ਇੱਥੇ ਵੀ ਕੰਮ ਸ਼ੁਰੂ ਹੋ ਜਾਵੇ, ਐਸਾ ਨਹੀਂ ਹੈ। ਯੂਵੀ ਬਲਾਸਟਰ ਹੈ ਜਿਹੜਾ DRDO ਨੇ ਬਣਾਇਆ। DRDO ਤੁਹਾਨੂੰ ਪਤਾ ਫੌਜੀ ਸਾਜੋ ਸਮਾਨ ਵੀ ਬਣਾਉਂਦਾ, ਡਿਫੈਂਸ ਦੇ ਬਹੁਤ ਸਾਰੇ ਸਾਜੋ ਸਮਾਨ ਬਣਾਉਂਦਾ ਰਹਿੰਦਾ। ਵੈਸੇ ਉਹਨਾਂ ਦੀਆਂ ਹੋਰ ਲੈਬਾਂ ਨੇ, ਇਸ ਤਰ੍ਹਾਂ ਦੀ ਰਿਸਰਚ ਵੀ ਚੱਲਦੀ ਰਹਿੰਦੀ ਹੈ। ਸੋ DRDO ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖੋਜੀ ਸੰਸਥਾ ਹੈ। ਤਾਂ ਇਹਨਾਂ ਨੇ ਬਣਾਇਆ ਯੂਵੀ ਬਲਾਸਟਰ। ਯੂਵੀ ਬਲਾਸਟਰ ਤੋਂ ਭਾਵ ਕੀ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਅਲਟਰਾ ਵਾਇਲਟ ਹੁੰਦੇ ਨਾ, ਅਲਟਰਾ ਵਾਇਲਟ ਜਿੱਦਾਂ, ਤਾਂ ਉਹੀ ਹੈ ਯੂਵੀ A, UV B, UVC, ਇਸ ਤਰ੍ਹਾਂ ਕਰਕੇ ਉਹ ਜਿਹੜੀਆਂ ਤਿੰਨ ਹੈਗੀਆਂ ਨੇ, ਉਹਨਾਂ ਨੂੰ ਜਿੱਦਾਂ ਆਪਾਂ ਦੇਖੀਏ ਤਾਂ ਜਿਵੇਂ ਓਜ਼ੋਨ ਹੈ, ਜਿੱਦਾਂ ਓਜ਼ੋਨ ਦੀ ਲੇਅਰ ਜਿਹੜੀ ਆ ਉਹ UV ਜਿਹੜੀ ਹੈਗੀ ਆ C, ਉਹਨੂੰ ਤੇ ਨਹੀਂ ਆਉਣ ਦਿੰਦਾ। ਬਹੁਤ ਘੱਟ ਹੈ ਰੀਅਰ, ਬਹੁਤ ਘੱਟ, ਮਤਲਬ ਕਿ 0 ਪੁਆਇੰਟ ਤੋਂ ਕੁਛ ਹੀ ਉੱਤੇ ਆ। ਬਾਕੀ UVA, UVB ਜਿਹੜੀਆਂ ਉਹ ਆਉਂਦੀਆਂ 95% ਮੇਰੇ ਖਿਆਲ ਦੇ ਨਾਲ ਧਰਤੀ ਤੇ UVA ਹੀ ਆ। ਤਾਂ ਇਹ ਯੂਵੀ ਬਲਾਸਟਰ ਕੀ ਆ ਕਿ ਦੇਖੋ, ਇਜ਼ਰਾਈਲ ਦੇ ਵਿੱਚ ਵੀ ਵਰਤੋਂ 'ਚ ਲਿਆਂਦਾ ਗਿਆ। ਚਾਈਨਾ ਨੇ ਤੇ ਉੱਥੇ ਬਣਾ ਛੱਡੇ ਆ, ਜਿੱਦਾਂ ਗੁਫਾਵਾਂ ਹੀ ਬਣਾ ਛੱਡੀਆਂ, ਉਹਦੇ ਵਿੱਚੋਂ ਕੱਢਦੇ ਆ ਬੱਸਾਂ ਬੁੱਸਾਂ, ਟ੍ਰੇਨਾਂ ਟਰੂਨਾਂ, UV ਲਾਈਟਾਂ ਲਾਈਆਂ ਹੋਈਆਂ ਉਹਨਾਂ ਨੇ। ਤਾਂ ਉਹਨਾਂ ਦੀਆਂ ਤੇ ਤੁਹਾਨੂੰ ਪਤਾ ਹੀ ਆ ਗਾਹ ਦੀਆਂ ਗੱਲਾਂ ਬਾਤਾਂ। ਤਾਂ ਐਸੀ ਇੱਕ ਇਹਨਾਂ ਨੂੰ ਵੀ ਚਮਤਕਾਰੀ ਚੀਜ਼ ਦੀ ਜ਼ਰੂਰਤ ਸੀਗੀ। ਹੁਣ ਦੇਖੋ, ਉਦਾਹਰਨ ਦੇ ਤੌਰ 'ਤੇ ਕਿ ਬੋਡੀ ਤਾਂ ਨਹੀਂ ਇਹਦੇ ਆਉਣੀ ਸੰਪਰਕ ਦੇ ਵਿੱਚ, ਜੇ ਬੋਡੀ ਸੰਪਰਕ ਦੇ ਵਿੱਚ ਆਊਗੀ ਤਾਂ ਨੁਕਸਾਨ ਆ। ਤਾਂ ਮਤਲਬ ਇੱਕ ਥਾਂ ਤੋਂ ਜੇ ਤੁਸੀਂ ਮਰੀਜ਼ ਦੂਜੀ ਥਾਂ 'ਤੇ ਲਿਜਾਂਦੇ ਹੋ, ਹਸਪਤਾਲ ਦਾ ਕੋਈ ਬੈੱਡ ਲਾ ਲਓ ਜਾਂ ਕਮਰਾ ਲਾ ਲਓ, ਤਾਂ ਉਹਨੂੰ ਕਲੀਨ ਕਰਨ ਵਾਸਤੇ ਇਹ ਬਹੁਤ ਕਾਰਗਰ ਆ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹੀਏ ਬੰਦੇ ਦੀ ਬਣਾਈ ਹੋਈ ਉਹ UVC ਹੈ। UVC ਜਿਹੜੀ ਆ ਉਹ ਉਸ ਜਗ੍ਹਾ ਨੂੰ ਕਲੀਨ ਕਰ ਦੇਗੀ। ਜਿੱਦਾਂ ਲਾ ਲਓ ਕਿ 400 ਸਕੁਅਰ ਫੀਟ ਏਰੀਆ, ਤਾਂ ਅੱਧੇ ਕੁ ਘੰਟੇ ਦੀ ਮਾਰ ਆ ਉਹਦੀ, ਅੱਧੇ ਕੁ ਘੰਟੇ 'ਚ ਕਲੀਨ ਕਰ ਦੇਗਾ। ਜੇ 12 ਬਾਈ 12 ਦਾ ਕਮਰਾ ਜਿੰਨਾ ਆਮ ਆਪਣਾ ਹੁੰਦਾ ਹੀ ਆ, ਅੰਦਾਜ਼ਨ 12 ਬਾਈ 12 ਦੇ ਜ਼ਿਆਦਾਤਰ ਹੁੰਦੇ ਆ, ਤਾਂ ਉਹ ਮੇਰੇ ਖਿਆਲ ਦੇ ਨਾਲ 6-7 ਮਿੰਟ ਦੇ ਵਿੱਚ ਕਲੀਨ ਕਰ ਦੇਗਾ ਜਦੋਂ ਵੀ ਇਹਨੂੰ ਚਾਲੂ ਕੀਤਾ ਜਾਊਗਾ। ਸੋ DRDO ਨੇ ਇਹ ਚੀਜ਼ ਬਣਾਈ ਆ, ਪਰ ਇਹਨੂੰ ਲੈ ਕੇ ਹੁਣ ਕੁਛ ਲੋਕ ਜਿਹੜੇ ਉਹ ਦੱਸ ਰਹੇ ਆ ਕਿ ਇਲਾਜ ਹੀ ਲੱਭ ਗਿਆ। ਐਸਾ ਕੁਛ ਨਹੀਂ ਹੈ। ਸੋ ਯੂਵੀ ਬਲਾਸਟਰ ਹੈ ਜਿਹੜਾ, ਉਹ ਇਹਨਾਂ ਚੀਜ਼ਾਂ ਵਾਸਤੇ ਹੈ, ਨਾ ਕਿ ਬੋਡੀ ਨੂੰ ਕਲੀਨ ਕਰਨ ਵਾਸਤੇ ਹੈ। ਬੋਡੀ ਇਹਦੇ ਸੰਪਰਕ ਦੇ ਵਿੱਚ ਜੇ ਆਊਗੀ ਤਾਂ ਨੁਕਸਾਨ ਹੀ ਨੁਕਸਾਨ ਆ। ਇਹਦੇ ਬਾਰੇ ਤਾਂ ਸਗੋਂ ਇੰਡੀਅਨ ਮੀਡੀਆ ਨੂੰ ਦੱਸ ਦੇਣਾ ਚਾਹੀਦਾ ਜਲਦੀ, ਕਿਉਂਕਿ ਸਾਡੇ ਲੋਕ ਤੁਹਾਨੂੰ ਪਤਾ ਹੀ ਹੈਗੇ ਆ। ਸੋ ਕਰੋਨਾ ਦੇ ਨਾਲ ਕੁਛ ਦੂਜੀਆਂ ਜੁੜੀਆਂ ਜਿਹੜੀਆਂ ਗਤੀਵਿਧੀਆਂ, ਉਹਨਾਂ ਨੂੰ ਆਪਾਂ ਦੇਖਦੇ ਚੱਲੀਏ। ਹੋਰ ਜੋ ਪੂਰੇ ਸੰਸਾਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੋ ਚੱਲਦੀਆਂ ਪਈਆਂ ਨੇ ਗੱਲਾਂ ਬਾਤਾਂ, ਉਹਨਾਂ 'ਤੇ ਝਾਤ ਮਾਰੀਏ ਤਾਂ ਇਸ ਵੇਲੇ ਇਨਫੈਕਟਡ ਲੋਕਾਂ ਦੀ ਤਾਦਾਦ ਜਿਹੜੀ ਆ ਉਹ 36,76,505 ਡੈਥ ਜਿਹੜੇ ਹੈ ਇਸ ਵੇਲੇ ਅੰਕੜੇ ਡੈਥ ਦੇ ਉਹ 2,53,473। ਰਿਕਵਰਡ ਜਿਹੜੇ ਆ ਉਹ 12,11,848। ਇੰਡੀਆ ਦੀ ਜੇ ਗੱਲ ਕਰੀਏ ਤਾਂ ਇੰਡੀਆ ਜਿਹੜਾ ਉਹ ਲਗਾਤਾਰ ਅੰਕੜੇ ਜਿਹੜੇ ਆ ਉਹ ਇਨਕਰੀਜ਼ ਕਰਦਾ ਜਾ ਰਿਹਾ। ਇਸ ਵੇਲੇ 46,476, ਮੌਤਾਂ 1,571। ਸੋ ਇਹ ਅੰਕੜਾ ਟੈਸਟਿੰਗ ਜਿਹੜੀ ਆ ਉਹ ਹਾਲ ਦੀ ਘੜੀ ਤਕਰੀਬਨ 12 ਲੱਖ। ਤਾਂ ਦੂਸਰੀਆਂ ਜੇ ਵੱਡੀਆਂ ਆਪਾਂ ਖਬਰਾਂ ਦੇਖੀਏ ਭਾਰਤ ਦੇ ਵਿੱਚੋਂ, ਤਾਂ ਬੀਤੇ 24 ਘੰਟਿਆਂ ਦੇ ਵਿੱਚ 3900 ਕੇਸ ਜਿਹੜੇ ਆ ਉਹ ਵੇਖਣ ਨੂੰ ਮਿਲੇ ਆ। 4 ਦਿਨਾਂ 'ਚ ਕਰੋਨਾ ਪੀੜਤ ਜਿਹੜੇ ਆ ਉਹ 11,000 ਤੋਂ ਵੱਧ ਆਏ ਆ।
ਇਹ ਇੰਡੀਆ ਵਾਸਤੇ ਮੈਂ ਕਹੂੰਗਾ ਕਿ ਇਸ ਵੇਲੇ ਅਲਾਰਮਿੰਗ ਸਿਚੁਏਸ਼ਨ ਆ। ਇਹਨਾਂ ਨੂੰ ਦੇਖਣਾ ਪਏਗਾ, ਸੋਚਣਾ ਪਏਗਾ। ਤੇ ਕਹਿੰਦੇ ਕਿ ਡਬਲਿੰਗ ਵਜਨ 'ਚ 12 ਦਿਨ ਪੈ ਗਏ ਆ ਜੀ, ਹੁਣ ਮਤਲਬ ਕਿ ਸੁਧਾਰ ਆ। ਪਰ ਮੇਰੇ ਖਿਆਲ ਦੇ ਨਾਲ ਡਬਲਿੰਗ ਜੇ ਹੁਣ 46,000 ਦੀ ਡਬਲਿੰਗ ਨੂੰ ਵੇਖੋਗੇ ਉਹ ਤਾਂ ਹੋ ਸਕਦਾ 14 ਦਿਨਾਂ 'ਚ ਵੱਜੇ, ਪਰ ਤਦ ਤੱਕ ਸਥਿਤੀ ਤਾਂ ਤੁਹਾਡੀ ਵਿਗੜੇਗੀ ਨਾ। ਖੈਰ, ਦਿੱਲੀ ਆਰਮੀ ਹਸਪਤਾਲ ਦੇ ਵਿੱਚ 24 ਲੋਕ ਜਿਹੜੇ ਆ ਉਹ COVID-19 ਦੇ ਨਾਲ ਪੀੜਤ ਪਾਏ ਗਏ। ITBP ਦੇ 45 ਜਵਾਨਾਂ ਨੂੰ ਵੀ ਪੋਜ਼ਿਟਿਵ ਪਾਇਆ ਗਿਆ। ਆਂਧਰਾ ਪ੍ਰਦੇਸ਼ ਦੇ ਜੇ ਵਿੱਚ ਆਪਾਂ ਗੱਲ ਕਰੀਏ, ਆਂਧਰਾ ਪ੍ਰਦੇਸ਼ ਬਹੁਤ ਜ਼ਿਆਦਾ ਆਰਥਿਕਤਾ ਦੇ ਮਾਮਲੇ 'ਚ ਤਰੱਕੀ ਕਰਕੇ ਗਿਆ। ਸ਼ਰਾਬ ਖੋਲੀ ਗਈ ਸੀ ਉੱਥੇ। ਉਹਨਾਂ ਨੇ ਵੇਖਿਆ ਕਿ ਜਦੋਂ ਹੁਣ ਆਰਥਿਕ ਠੁਮਣਾ ਦੇਣ ਵਾਸਤੇ ਲੋਕ ਆ ਹੀ ਗਏ ਤਾਂ ਕਿਉਂ ਨਾ ਇਹਨਾਂ ਨੂੰ ਥੋੜਾ ਜਿਹਾ ਮੁੱਲ ਲਈਏ, ਤਾਂ 75% ਤੱਕ ਉਹਨਾਂ ਨੇ ਰੇਟ ਚੱਕ ਦਿੱਤੇ ਅੱਜ ਸ਼ਰਾਬ ਦੇ। ਦਿੱਲੀ ਵਾਲਿਆਂ ਨੇ ਵੀ 70% ਚੱਕ ਦਿੱਤੇ ਆ। ਪਰ ਇਸ ਦੇ ਬਾਵਜੂਦ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਹ ਭਰੀਆਂ ਪਈਆਂ ਲਵਾਦਾਬ। ਤੇ ਸ਼ਰਾਬ ਦੇ ਠੇਕਿਆਂ ਦੇ ਵਿੱਚ ਜੋ ਆਉਂਦੇ ਪਏ ਆ ਇਹ ਆਰਥਿਕ ਗਤੀਵਿਧੀਆਂ ਚਲਾਉਣ, ਉਹਨਾਂ ਲੋਕਾਂ ਨੂੰ ਵੀ ਬੜਾ ਸਨਮਾਨ ਦਿੱਤਾ ਜਾ ਰਿਹਾ। ਦਿੱਲੀ ਦੇ ਵਿੱਚ ਇੱਕ ਥਾਂ ਤੇ ਦੱਸਦੇ ਆ ਕਿ ਫੁੱਲਾਂ ਦੀ ਵਰਖਾ ਹੋਈ ਆ ਉਹਨਾਂ ਤੇ ਉਹ ਵੀਡੀਓ ਵੀ ਵਾਇਰਲ ਹੋ ਰਿਹਾ। ਤਾਂ ਇੱਧਰ ਕਾਨੂੰਨ ਮੰਤਰਾਲੇ ਨੇ ਵੀ ਦੇਖ ਲਈਏ ਤਾਂ ਕਰੋਨਾ ਦਾ ਡੰਗ ਜਿਹੜਾ ਸਹਿ ਲਿਆ। ਇਹਨਾਂ ਦਾ ਜਿਹੜਾ ਸ਼ਾਸਤਰੀ ਭਵਨ ਦੀ 4ਥੀ ਮੰਜ਼ਿਲ ਹੈ ਉਹਨੂੰ ਸੀਲ ਕਰ ਦਿੱਤੀ ਗਈ ਹੈ। ਕਿਉਂਕਿ ਇਹਨਾਂ ਦਾ ਆਪਣਾ ਅਧਿਕਾਰੀ ਜਿਹੜਾ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ। ਇਸ ਤਰ੍ਹਾਂ ਬੰਗਾਲ ਦੇ ਵਿੱਚ ਤੁਹਾਨੂੰ ਪਤਾ ਟਸਲਬਾਜ਼ੀ ਦਾ ਦੌਰ ਜਿਹੜਾ ਚੱਲਦਾ ਹੀ ਪਿਆ। ਬੰਗਾਲ ਦੇ ਵਿੱਚ ਇੱਕ ਪਾਸੇ ਮਮਤਾ ਬੈਨਰਜੀ ਆ, ਦੂਸਰੇ ਪਾਸੇ ਇੱਧਰ ਕੇਂਦਰ ਦਾ ਜਿਹੜਾ ਗ੍ਰਹਿ ਮੰਤਰਾਲਾ ਉਹ ਲਗਾਤਾਰ ਲੈਂਦਾ ਰਹਿੰਦਾ ਟਕੜਕੇ, ਦੋਨਾਂ ਦੇ ਵਿੱਚ ਚੱਲਦੇ ਰਹਿੰਦੇ ਆ। ਸੋ ਉਹਨਾਂ ਨੇ ਜੋ ਉੱਥੇ ਕੀਤਾ, ਕਿਉਂਕਿ ਇਹਨਾਂ ਨੇ ਇੱਕ ਟੀਮ ਘੱਲੀ ਸੀ, ਉਹਨਾਂ ਨੇ ਵਿਰੋਧ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਇਹ ਰਾਜਪਾਲ ਸਾਹਿਬ ਜਿਹੜੇ ਹੈਗੇ ਧਨਖੜ ਸਾਹਿਬ ਉਹ ਆ ਗਏ ਮੈਦਾਨ ਦੇ ਵਿੱਚ। ਤਾਂ ਉਹਨਾਂ ਨੇ ਦੋਸ਼ ਲਾਇਆ ਕਿ ਜੋ ਕਰੋਨਾ ਦੇ ਨਾਲ ਉੱਥੇ ਮੌਤਾਂ ਹੋ ਰਹੀਆਂ ਤਾਂ ਬੰਗਾਲ ਸਰਕਾਰ ਜਿਹੜੀ ਹੈ ਉਹਨਾਂ ਆંકੜਿਆਂ ਨੂੰ ਲੁਕਾ ਰਹੀ ਹੈ। ਤਾਂ ਜੇ ਐਸਾ ਮਾਮਲਾ ਤਾਂ ਗੰਭੀਰ ਹੈ। ਅੱਗੇ ਵੀ ਐਸਾ ਮੇਰੇ ਖਿਆਲ ਦੇ ਨਾਲ ਇਲਜ਼ਾਮ ਜਿਹੜਾ ਉਹ ਲੱਗਾ ਸੀਗਾ। ਬਹਰਾਲ ਵੇਖਣਾ ਪਏਗਾ ਕਿ ਇਹਨਾਂ ਦੇ ਵਿੱਚ ਸੱਚਾਈ ਕੀ ਆ। ਤੇ ਰਾਜਪਾਲ ਨੂੰ ਜੇ ਗੱਲ ਕਰਨੀ ਹੈ ਤਾਂ ਫਿਰ ਚਾਹੀਦਾ ਇਹ ਆ ਕਿ ਤੱਥ ਜਿਹੜੇ ਆ ਉਹ ਹੱਥ 'ਚ ਰੱਖ ਕੇ ਗੱਲ ਕਰਨਾ। ਮਾਲਦੀਵ ਤੇ ਸੰਯੁਕਤ ਅਰਬ ਅਮੀਰਾਤ ਤੋਂ UAE ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਵਾਸਤੇ ਜੰਗੀ ਜਹਾਜ਼ ਜਿਹੜਾ ਰਵਾਨਾ ਕਰ ਦਿੱਤਾ ਗਿਆ। ਔਰ ਵੈਸੇ ਅੱਜ ਇਹਨਾਂ ਨੇ ਖੁੱਲ੍ਹ ਕੇ ਪਾਲਿਸੀ ਵੀ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਇੰਡੀਅਨ ਲੋਕ ਚਾਹੇ ਅਮਰੀਕਾ ਦੇ ਵਿੱਚੋਂ ਆਉਣ ਨੂੰ ਤਿਆਰ ਨੇ, ਚਾਹੇ ਹੋਰ ਮੁਲਕਾਂ ਦੇ ਵਿੱਚੋਂ, ਤਾਂ ਉਹ ਆ ਸਕਦੇ ਆ। ਜਿੱਦਾਂ ਇੰਗਲੈਂਡ ਦੇ ਵਿੱਚੋਂ, UK ਦੇ ਵਿੱਚੋਂ ਕਿਸੇ ਨੇ ਆਉਣਾ ਤਾਂ ਤੁਹਾਨੂੰ ਰੁਪਈਆ 50,000 ਖਰਚਣਾ ਪਊ ਆਪਦੇ ਪੱਲਿਓ। ਜੇ ਅਮਰੀਕਾ 'ਚ ਜਾਣਾ ਸੈਨ ਫਰਾਂਸਿਸਕੋ ਦੇ ਵਿੱਚੋਂ ਤਾਂ ਲਾ ਲਓ ਤੁਹਾਨੂੰ ਮੁੰਬਈ ਦਿੱਲੀ ਦਾ ਆਲਮੋਸਟ ਲੱਖ ਰੁਪਈਆ ਖਰਚਣਾ ਪਊਗਾ। ਜਿਹਨੇ ਵੀ ਜਾਣਾ ਤਿਆਰੀ ਵੱਟ ਲਓ, ਝੋਲੇ 'ਚ ਲੀੜੇ ਪਾ ਲਓ, ਥੋੜਾ ਜਿਹਾ ਕੈਸ਼ ਦਾ ਇੰਤਜ਼ਾਮ ਕਰ ਲਓ ਤਾਂ ਇੰਡੀਆ ਪਹੁੰਚ ਜਾਓਗੇ। ਉੱਥੇ 14 ਦਿਨ ਦਾ ਇਕਾਂਤਵਾਸ ਕੱਟੋ ਔਰ ਉਸ ਤੋਂ ਬਾਅਦ ਆਪਣੀ ਮੰਜ਼ਿਲ ਨੂੰ ਰਵਾਨਾ ਹੋ ਜਾਵੋ। ਇਸ ਤਰ੍ਹਾਂ ਇਹਨਾਂ ਨੇ ਹੋਰ ਵੀ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਆ। ਪਰ ਮੈਂ ਜਿੰਨੇ ਵੀ ਪੋਰਟਲ ਖੋਲ ਸਕਦਾ ਸੀ ਖੋਲ ਕੇ ਵੇਖਿਆ, ਕਿਤੇ ਵੀ ਕੈਨੇਡਾ ਦਾ, ਆਸਟ੍ਰੇਲੀਆ ਦਾ ਔਰ ਨਿਊਜ਼ੀਲੈਂਡ ਦਾ ਜ਼ਿਕਰ ਨਹੀਂ ਆਇਆ। ਬਾਕੀ ਜਿੱਥੇ ਵੀ ਪੰਜਾਬੀ ਜਾਂ ਜਿੱਥੇ ਵੀ ਇੰਡੀਅਨ ਰਹਿੰਦੇ ਆ ਸਾਰੇ ਮੁਲਕਾਂ ਦੇ ਨਾਮ ਸੀਗੇ। ਜੇ ਆਪਾਂ ਦੇਖੀਏ ਚਾਹੇ ਉਹ ਇੱਧਰ ਹੋਣ ਖਾੜੀ ਦੇਸ਼ ਹੋਣ, ਚਾਹੇ ਉਹ ਯੂਰਪ ਦੇ ਦੇਸ਼ ਹੋਣ, ਅਮਰੀਕਾ ਦਾ ਵੀ ਜ਼ਿਕਰ ਆ। ਸੋ ਇਹ 2-3 ਮੁਲਕ ਮੈਨੂੰ ਕਿਤੇ ਨਹੀਂ ਮਿਲੇ। ਬਾਕੀ ਤੁਸੀਂ ਪਤਾ ਕਰ ਲਿਓ। ਤਾਂ ਇਹਨਾਂ ਨੇ ਫਲਾਈਟਾਂ ਜਿਹੜੀਆਂ ਵੰਡ ਦਿੱਤੀਆਂ, ਜਿੱਦਾਂ ਕੇਰਲ ਦੇ ਹਿੱਸੇ ਕੁਛ ਆਈਆਂ, ਕੁਛ ਤਮਿਲਨਾਡੂ ਦੇ ਹਿੱਸੇ, ਸਾਰੀਆਂ ਸਟੇਟਾਂ ਨੂੰ ਫਲਾਈਟਾਂ ਵੰਡ ਦਿੱਤੀਆਂ। ਤਾਂ ਉਹ ਤੁਸੀਂ ਆਪੇ ਨਿਗਾਹ ਮਾਰ ਲਿਓ, ਸਾਖੋਰੀ ਕਰ ਲਿਓ। ਜਿਹੜਾ ਵੀ ਕੋਈ ਆਉਣ ਦਾ ਇੱਛੁਕ ਹੈ ਉਹ ਆ ਸਕਦਾ। ਇੱਧਰ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਅੱਜ ਦਿਨ ਜਿਹੜਾ ਵੈਸਾ ਹੀ ਦਿਨ ਰਿਹਾ ਜੈਸਾ ਆਮ ਤੌਰ 'ਤੇ ਆਪਾਂ ਦੇਖਦੇ ਹੀ ਪਏ ਹਾਂ ਜੋ ਮਾਹੌਲ ਚੱਲਦਾ ਪਿਆ। ਤਾਂ ਪੰਜਾਬ ਦੇ ਜਿਹੜੇ ਅੱਜ ਦੇ ਅੰਕੜੇ ਆ ਉਹ ਤੁਹਾਡੀ ਮੈਂ ਦ੍ਰਿਸ਼ਟੀ ਗੋਚਰ ਕਰ ਦਿੰਦਾ ਜੀ। ਅੱਜ ਦੀ ਘੜੀ ਜੋ ਇਹਨਾਂ ਦਾ ਬੁਲੇਟਿਨ ਆ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ 5 ਵਜੇ ਦਾ ਬੁਲੇਟਿਨ ਹੈ ਸਰਕਾਰੀ। ਇੱਕ ਬਾਅਦ ਦੇ ਵਿੱਚ ਵੀ ਇਹਨਾਂ ਦੀ ਰਿਪੋਰਟ ਆਉਂਦੀ ਹੈ ਪਰ ਉਹ ਦੇਰ ਨਾਲ ਆਉਂਦੀ ਆ, ਤਾਂ ਉਹ ਪ੍ਰਾਪਤ ਨਹੀਂ ਹੋ ਪਾਉਂਦੀ। ਸੋ 5 ਵਜੇ ਤੱਕ ਪੰਜਾਬ ਦਾ ਹਾਲ ਇਹ ਸੀਗਾ। ਟੋਟਲ ਸਸਪੈਕਟਡ ਕੇਸ ਜਿਹੜੇ ਰਿਪੋਰਟਡ ਆ ਟਿਲ ਡੇਟ ਯਾਨੀ ਅੱਜ ਦੇ, ਤਾਂ ਉਹ ਹੈਗੇ ਆ 30,199 ਯਾਨੀ 30,199। ਤਾਂ ਟੋਟਲ ਜੇ ਆਪਾਂ ਦੇਖੀਏ ਇਹਨਾਂ ਦੀ ਜਿਹੜੇ ਸੈਂਪਲ ਜਿੱਦਾਂ ਦੇ ਅੰਕੜੇ ਸੈਂਪਲਿੰਗ ਦੇ, ਤਾਂ ਉਹ ਆ ਇੰਨੇ 30,199। ਇਹਨਾਂ ਦੇ ਵਿੱਚੋਂ ਜਿਹੜੇ ਪੇਸ਼ੈਂਟ ਪੋਜ਼ਿਟਿਵ ਪਾਏ ਗਏ 1451, ਤਾਂ ਲਗਭਗ 1450 ਦੀ ਗਿਣਤੀ ਆ। ਤਾਂ ਇਸ ਵੇਲੇ ਜਿਹੜੀ ਨੈਗੇਟਿਵ ਰਿਪੋਰਟਾਂ ਦੀ ਹੈਗੀ ਟੈਲੀ ਉਹ ਹੈਗੀ ਆ 23,352 ਦੀ। ਰਿਜ਼ਲਟ ਜਿਹੜੇ ਅਵੇਟਡ ਹੈ ਯਾਨੀ ਇੰਤਜ਼ਾਰ ਕੀਤਾ ਜਾ ਰਿਹਾ ਜਿਹਨਾਂ ਦੀਆਂ ਰਿਪੋਰਟਾਂ ਦਾ, ਉਹ ਹੈਗੇ ਆ 5396। ਤੇ ਜੇ ਆਪਾਂ ਦੇਖੀਏ ਰਿਕਵਰਡ ਉਹ ਹੈਗੇ 133। ਐਕਟਿਵ ਕੇਸ ਜਿਹੜੇ ਆ 1293 ਆ। ਜਿਹੜੇ
ਪੇਸ਼ੈਂਟ ਇਸ ਵੇਲੇ ਆਕਸੀਜਨ ਸਪੋਰਟ ਤੇ ਉਹ ਸਿਰਫ ਇੱਕ ਹੈ, ਜਾਂ ਕ੍ਰਿਟੀਕਲ ਜਾਂ ਵੈਂਟੀਲੇਟਰ ਸਪੋਰਟ ਤੇ ਆ ਜਿਹੜੇ ਉਹ 2 ਆ, ਤੇ ਬਾਕੀ ਜਿਹੜੇ ਇਸ ਵੇਲੇ ਡੈਥ ਦੇ ਮਾਮਲੇ ਉਹ 25 ਆ। ਤੇ ਜੇ ਅੱਜ ਦੀ ਤਾਰੀਖ ਦੀ ਗੱਲ ਕਰੀਏ ਯਾਨੀ 5 ਵਜੇ ਤਰੀਕ ਜ਼ਿਲ੍ਹੇਵਾਰ, ਤਾਂ ਜਲੰਧਰ ਦੇ ਵਿੱਚ 6 ਮਾਮਲੇ ਆਏ ਆ, ਗੁਰਦਾਸਪੁਰ ਦੇ ਵਿੱਚ ਅੱਜ 48 ਆ ਗਏ, ਕਪੂਰਥਲਾ ਦੇ ਵਿੱਚ 5 ਆ ਗਏ, ਪਟਿਆਲੇ ਦੇ ਵਿੱਚ 1 ਆਇਆ, ਲੁਧਿਆਣੇ 'ਚ 14, ਮੁਕਤਸਰ ਦੇ ਵਿੱਚ 15 ਆਇਆ। ਤਾਂ ਮੁਕਤਸਰ ਦੀ ਇੱਕ ਮੈਂ ਕਹੂੰਗਾ ਕਿ ਖਾਸ ਗੱਲ ਅੱਜ ਇਹ ਰਹੀ ਕਿ ਇੱਥੇ 3 ਪੁਲਿਸ ਮੁਲਾਜ਼ਮ ਸਾਡੇ ਮਲੋਟ ਦੇ ਵਿੱਚੋਂ ਪੋਜ਼ਿਟਿਵ ਆਇਆ। ਤਾਂ ਮਲੋਟ ਦੇ ਵਿੱਚ ਕਰੋਨਾ ਜਿਹੜਾ ਦਸਤਕ ਦੇ ਕੇ ਗਿਆ ਸਾਡੇ ਲੋਕਲ ਸ਼ਹਿਰ ਦੇ ਵਿੱਚ, ਤਾਂ ਇੱਥੇ ਇੱਕ ਥਾਣੇ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਕਿਉਂਕਿ ਉਹ ਮੁਲਾਜ਼ਮ ਜਿਹੜੇ ਥਾਣੇ ਦੇ ਵਿੱਚ ਕੰਮ ਕਰਦੇ ਸੀਗੇ। ਤਾਂ ਤਕਰੀਬਨ 2 ਦਰਜਨ ਦੇ ਕਰੀਬ ਲਾ ਲਓ ਕਿ ਮੁਲਾਜ਼ਮ ਜਿਹੜੇ ਆ ਇਸ ਵੇਲੇ ਕੁਆਰੰਟੀਨ ਕੀਤੇ ਗਏ ਆ। ਤਾਂ ਦੂਜੇ ਪਾਸੇ ਮੁਕਤਸਰ ਦੇ ਵਿੱਚੋਂ ਹੀ ਇੱਕ ਮੁੰਡੇ ਦੀ ਜਦੋਂ ਰਿਪੋਰਟ ਆਈ ਪੋਜ਼ਿਟਿਵ, ਜਦ ਉਹਨੂੰ ਪਤਾ ਲੱਗਿਆ ਤੇ ਉਹ ਘਰੋਂ ਭੱਜ ਭੱਗਾ। ਤਾਂ ਇਸ ਵੇਲੇ ਸੂਚਿਤ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ 19 ਸਾਲ ਦਾ ਉਹ ਮੁੰਡਾ ਆ ਜਿਹੜਾ ਘਰੋਂ ਭੱਜ ਗਿਆ, ਉਹਦਾ ਫੋਨ ਵੀ ਸਵਿਚ ਆਫ ਆ ਰਿਹਾ ਤੇ ਉਹਦਾ ਬਾਈਕ ਹੈ ਜਿਹੜਾ ਉਹ ਵੀ ਘਰੇ ਲੱਗਾ ਪਿਆ। ਤਾਂ ਅੱਗੇ ਆਪਾਂ ਤੁਰੀਏ, ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅੱਜ 34 ਕੇਸ ਰਜਿਸਟਰਡ ਕੀਤੇ ਗਏ, ਫਰੀਦਕੋਟ ਦੇ ਵਿੱਚ 27, ਸੰਗਰੂਰ ਦੇ ਵਿੱਚ 22, ਤਰਨਤਾਰਨ ਦੇ ਵਿੱਚ 47। ਤਾਂ ਇਸ ਵੇਲੇ ਜੇ ਜ਼ਿਲ੍ਹਿਆਂ ਦੀ ਦੇਖੋਗੇ ਤਾਂ ਤੁਸੀਂ ਗਿਣਤੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਸ ਵੇਲੇ ਕਨਫਰਮਡ ਕੇਸ ਆ ਉਹ 218, ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ 134, ਲੁਧਿਆਣਾ ਦੇ ਵਿੱਚ 124, ਮੋਹਾਲੀ ਦੇ ਵਿੱਚ 95, ਹੁਸ਼ਿਆਰਪੁਰ ਦੇ ਵਿੱਚ 88, ਪਟਿਆਲਾ ਦੇ ਵਿੱਚ 87, ਤਰਨਤਾਰਨ 'ਚ 87। ਜੇ ਆਪਾਂ ਅੱਗੇ ਦੇਖਾਂਗੇ ਤਾਂ ਸੰਗਰੂਰ ਦੇ ਵਿੱਚ 85, ਗੁਰਦਾਸਪੁਰ ਦੇ ਵਿੱਚ 84, ਮੁਕਤਸਰ ਦੇ ਵਿੱਚ 64, ਫਰੀਦਕੋਟ ਦੇ ਵਿੱਚ 45, ਫਿਰੋਜ਼ਪੁਰ ਦੇ ਵਿੱਚ 42, ਫਾਜ਼ਿਲਕਾ ਦੇ ਵਿੱਚ 38 ਹੈ, ਬਠਿੰਡਾ ਦੇ ਵਿੱਚ 36 ਆ, ਮੋਗਾ ਦੇ ਵਿੱਚ 28 ਆ, ਪਠਾਨਕੋਟ ਦੇ ਵਿੱਚ 27 ਆ, ਬਰਨਾਲਾ ਦੇ ਵਿੱਚ 19 ਹੈ। ਬਾਕੀ ਜਿਹੜੇ ਆ ਜ਼ਿਲ੍ਹੇ ਉਹਨਾਂ ਦੇ ਵਿੱਚ ਮਤਲਬ ਕਿ ਥੋੜ੍ਹੇ ਆ ਕੇਸ, ਲਾ ਲਓ ਕਿ 2 ਦਰਜਨ ਤੋਂ ਥੱਲੇ ਆ। ਸੋ ਇਹ ਇਸ ਵੇਲੇ ਪੰਜਾਬ ਦਾ ਹਾਲ ਹੈ, ਪੰਜਾਬ ਦੇ ਵਿੱਚ ਆਲਮ ਹੈ ਕੇਸ ਜਿਹੜੇ ਆ, ਜਿੱਦਾਂ ਕਹਿ ਲਓ ਕਿ ਇਸ ਵੇਲੇ ਪੀਕ ਤੇ ਆ। ਕੁਝ ਹੋਰ ਖਬਰਾਂ ਨੇ, ਜਿੱਦਾਂ ਵਿਧਾਇਕ ਕੁਲਵੀਰ ਜੀਰਾ ਦੀ ਰਿਪੋਰਟ ਉਹ ਨੈਗੇਟਿਵ ਆਈ ਆ। ਇੱਕ ਮਹਾਰਾਸ਼ਟਰ ਤੋਂ ਆਈ ਲੜਕੀ ਨੂੰ ਅੱਜ ਕੇਸ ਰਜਿਸਟਰਡ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ, ਹਾਲਾਂਕਿ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ। ਤਾਂ ਉਹ ਜਿਹੜੀ ਕੁੜੀ ਸੀਗੀ ਉਹਨੂੰ ਇਕਾਂਤਵਾਸ ਕੇਂਦਰ ਦੇ ਵਿੱਚ ਘੱਲਿਆ ਗਿਆ। ਉਹ ਕੁੜੀ ਕਿਸ ਮੰਤਵ ਨਾਲ ਇੱਥੇ ਆਈ, ਕਿੱਦਾਂ ਆਈ, ਉਹ ਸਮਝ ਤੋਂ ਪਰੇ ਹਾਲੇ ਡਿਟੇਲ ਜਿਹੜੀ ਆ ਉਹ ਨਹੀਂ ਦਿੱਤੀ ਗਈ। ਤਾਂ ਦੂਜੇ ਪਾਸੇ ਅੱਜ 1200 ਜਿਹੜੇ ਪ੍ਰਵਾਸੀ ਸੀ ਰਵਾਨਾ ਹੋਏ ਆ। ਪਹਿਲੀ ਟ੍ਰੇਨ ਜਿਹੜੀ ਆ ਉਹ ਅੱਜ ਜਲੰਧਰ ਤੋਂ ਰਵਾਨਾ ਹੋਈ ਹੈ, ਸ਼ਾਇਦ ਝਾਰਖੰਡ ਵਾਸਤੇ। ਤਾਂ ਸਰਕਾਰੀ ਕਰਮਚਾਰੀਆਂ ਲਈ ਇੱਕ ਖੁਸ਼ਖਬਰੀ ਆਈ ਆ ਇਨ ਦੀ ਐਂਡ। ਤਾਂ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਪੂਰੀ ਤਨਖਾਹ ਦੇਊਗੀ ਇਸ ਮਹੀਨੇ ਦੀ, ਕਿਉਂਕਿ ਡਰ ਲੱਗ ਰਿਹਾ ਸੀਗਾ ਕਿ ਸ਼ਾਇਦ ਇਹਨਾਂ ਨੂੰ ਕੱਟ ਵਜੂਗਾ। ਤਾਂ ਖਬਰਾਂ ਇਹ ਆ ਰਹੀਆਂ, ਸੋਰਸਸ ਜੋ ਦੱਸ ਰਹੇ ਆ, ਮੀਡੀਆ ਸੋਰਸਸ, ਉਹ ਇਹ ਕਹਿ ਰਹੇ ਆ ਕਿ ਨਹੀਂ, ਤਨਖਾਹ ਦੇ ਵਿੱਚ ਕੱਟ ਲੱਗੇਗਾ, ਤਨਖਾਹ ਜਿਹੜੀ ਆ ਉਹ ਇਹਨਾਂ ਨੂੰ ਪੂਰੀ ਦੀ ਪੂਰੀ ਦੇ ਦਿੱਤੀ ਜਾਊਗੀ। ਜੀ। ਤੇ ਇੱਕ ਜਿਹੜੀ ਮੈਂ ਨਾਲ ਹੀ ਅਪਡੇਟ ਕਰਦਾ ਜਾਵਾਂ, ਜਿਹੜੇ ਅਮਰੀਕਾ ਦੇ ਵਿੱਚ ਭਾਰਤੀ ਫਸੇ ਨੇ, ਜਿਹੜੇ ਵਾਪਸ ਜਾਣਾ ਚਾਹੁੰਦੇ ਨੇ ਪੰਜਾਬ ਨੂੰ, ਜਾਂ ਜਿੱਥੇ ਵੀ ਉਹ ਭਾਰਤ ਵਿੱਚ ਵਾਪਸ ਜਾਣਾ ਚਾਹੁੰਦੇ ਆ, ਇੰਡੀਆ ਦੀ ਅੰਬੈਸੀ ਜਿਹੜੀ ਅਮਰੀਕਾ ਦੇ ਵਿੱਚ ਆ ਉਹਨਾਂ ਨੇ ਰਜਿਸਟ੍ਰੇਸ਼ਨ ਫਾਰਮ ਜਿਹੜਾ ਉਹ ਬਣਾ ਦਿੱਤਾ ਆ। ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਿਹੜੇ ਇੱਥੇ ਭਾਰਤੀ ਨਾਗਰਿਕ ਫਸੇ ਨੇ ਉਹ ਉੱਥੇ ਆਪਣੇ ਆਪ ਨੂੰ ਰਜਿਸਟਰ ਕਰੋ, ਅਤੇ ਫਿਰ ਕਹਿੰਦੇ ਆ ਵੀ ਤਰਤੀਬਵਾਰ ਜੋ ਵੀ ਉਹਨਾਂ ਨੇ ਬਾਅਦ ਦੇ ਵਿੱਚ ਰੱਖਣੇ ਆ ਉਸ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਵਾਪਸ ਲੈ ਕੇ ਜਾਇਆ ਜਾਊਗਾ। ਇੰਡੀਅਨ ਅੰਬੈਸੀ USA.gov.in indianembassyusa.gov.in ਦੇ ਉੱਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਰਜਿਸਟਰ ਕਰ ਸਕਦੇ ਹੋ। ਉੱਤੇ ਹੀ ਮੇਨ ਵੈਬਸਾਈਟ ਦੇ ਉੱਤੇ ਪਹਿਲੋਂ ਹੀ ਜਿਹੜਾ ਆ ਜਾਂਦੀ ਇਨਫੋਰਮੇਸ਼ਨ ਸ਼ੀਟ, ਉਹਦੇ ਵਿੱਚ ਜਾ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਕਰ ਦਿਓ। ਅਤੇ ਮਿੰਟੂ ਜੀ, ਇੱਥੋਂ ਫਿਰ ਇਹ ਪਤਾ ਲੱਗਦਾ ਆ ਅਮਰੀਕਾ ਵਾਲੇ ਵੀ ਇੱਧਰ ਨੂੰ ਲਈ ਆਉਂਦੇ ਨੇ, ਕੈਨੇਡਾ ਵਾਲੀਆਂ ਵੀ ਫਲਾਈਟਾਂ ਚੱਲ ਰਹੀਆਂ ਨੇ, ਇੰਡੀਆ ਵਾਲਿਆਂ ਨੇ ਇੱਧਰੋਂ ਸ਼ੁਰੂ ਕਰਤੀਆਂ। ਸੋ ਆਪਾਂ ਕਹਿ ਸਕਦੇ ਵੀ ਆਉਣ ਵਾਲੇ ਨਜ਼ਦੀਕੀ ਸਮੇਂ 'ਚ ਲੱਗਦਾ ਨਹੀਂ ਵੀ ਫਲਾਈਟਾਂ ਜਲਦੀ ਸ਼ੁਰੂ ਹੋਣਗੀਆਂ। ਨਹੀਂ, ਮੇਰੇ ਖਿਆਲ ਦੇ ਨਾਲ ਨਹੀਂ, ਕਿਉਂਕਿ ਅੱਜ ਜਿਹੜੇ ਸਾਡੇ ਚੀਫ ਮਿਨਿਸਟਰ ਆ ਕੈਪਟਨ ਅਮਰਿੰਦਰ ਸਿੰਘ, ਉਹ ਵੀ ਕਹਿ ਗਏ ਆ ਜੁਲਾਈ ਅਗਸਤ ਤੱਕ ਚੱਲਣ ਦਾ ਹੀ ਸੰਭਾਵਨਾ। ਤੇ ਜਿੱਦਾਂ ਚੱਲਦਾ ਪਿਆ ਮਾਹੌਲ ਹੁਣ ਪ੍ਰਵਾਸੀ, ਦੇਖੋ ਇੱਥੋਂ ਸੰਕੇਤ ਮਿਲਦਾ ਆਪਾਂ ਨੂੰ ਕਿ ਜੇ ਮੰਨ ਲਓ ਇਹਨਾਂ ਦੀ ਨਜ਼ਰ ਦੇ ਵਿੱਚ, ਇਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਲਾਕਡਾਊਨ ਜਿਹੜਾ ਉਹ ਛੋਟਾ ਹੁੰਦਾ, ਜਾਂ ਇਹਨਾਂ ਦੀ ਸਕੀਮ ਹੁੰਦੀ ਕਿ ਆਪਾਂ ਖਤਮ ਜਲਦੀ ਕਰਨਾ, ਤਾਂ ਫਿਰ ਜਿਹੜੇ ਪ੍ਰਵਾਸੀ ਮਜ਼ਦੂਰ ਘੱਲੇ ਜਾ ਰਹੇ ਆਪੋ ਆਪਣੇ ਇਲਾਕਿਆਂ 'ਚ, ਆਪੋ ਆਪਣੇ ਘਰਾਂ 'ਚ, ਇਹ ਰੋਕਦੇ ਨਹੀਂ ਸੀ ਇਹਨਾਂ ਨੇ। ਏਡਾ ਵੱਡਾ ਖਰਚ ਨਹੀਂ ਸੀ ਇਹਨਾਂ ਨੇ ਕਰਾਉਣਾ, ਏਡੀ ਹਲਚਲ ਨਹੀਂ ਸੀ ਕਰਨੀ, ਕਿਉਂਕਿ ਜੇ ਤੁਸੀਂ ਦੇਖੋਗੇ ਮਾਈਗ੍ਰੇਸ਼ਨ ਜਿਹੜੀ ਆ ਮੇਰੇ ਖਿਆਲ ਦੇ ਨਾਲ 47 ਤੋਂ ਸਭ ਤੋਂ ਵੱਡੀ ਮਾਈਗ੍ਰੇਸ਼ਨ, ਹਾਲਾਂਕਿ UN ਦਾ ਜੇ ਅੰਕੜਾ ਆਇਆ 50 ਲੱਖ ਮੇਰੇ ਖਿਆਲ ਦੇ ਨਾਲ ਪਿਛਲੇ ਵਾਰੀ ਵੀ ਹੋਇਆ, ਪਿਛਲੇ ਸਾਲ ਵੀ ਲੋਕ ਜਿਹੜੇ ਆ ਉਹ ਇੱਧਰ ਉੱਧਰ ਹੋਏ ਆ, ਕਿਉਂਕਿ ਜਿਹੜੇ ਆ ਬਹੁਤ ਸਾਰੀਆਂ ਉਹ ਸਮੱਸਿਆਵਾਂ ਹੁੰਦੀਆਂ, ਕਿਤੇ ਦੰਗਾ ਹੋ ਗਿਆ, ਕਿਤੇ ਕੋਈ ਕੁਦਰਤੀ ਆਫਤ ਆ ਗਈ। ਪਰ ਜੇ ਵੇਖੀਏ ਤਾਂ 47 ਤੋਂ ਸਭ ਤੋਂ ਵੱਡੀ, 47 ਤੋਂ ਲੈ ਕੇ ਹੁਣ ਤੱਕ ਦੀ ਹਿਜਰਤ ਆ
ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਹੋ ਰਹੀ ਹੈ। ਤਾਂ ਏਡੀ ਵੱਡੀ ਹਿਜਰਤ ਇਹਨਾਂ ਕਰਨੀ ਨਹੀਂ ਸੀ ਜੇ ਮੰਨ ਲਓ ਇਹਨਾਂ ਦੇ ਜ਼ਹਿਨ ਦੇ ਵਿੱਚ ਇਹ ਹੁੰਦਾ ਕਿ ਅਸੀਂ ਮਹੀਨਾ ਕੁ ਤੱਕ ਜਾਂ 1.5 ਮਹੀਨਾ ਕੁ ਤੱਕ ਇਹ ਕੰਮ ਚਲਾ ਕੇ ਬੰਦ ਕਰ ਦੇਣਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਰੋਨਾ ਦੇ ਦੌਰ ਦੇ ਵਿੱਚ ਬੈਂਸ ਲਾਕਰ ਰੂਮ ਵਿਵਾਦ ਨੇ ਮਚਾਈ ਤੜਥੱਲੀ। ਹਾਂਜੀ ਦੇਖੋ, ਬॉयਜ਼ ਲਾਕਰ ਰੂਮ ਵਿਵਾਦ ਆ ਅਸਲ ਦੇ ਵਿੱਚ। ਤਾਂ ਇਹ ਜਿਹੜਾ ਬॉयਜ਼ ਲਾਕਰ ਰੂਮ ਵਿਵਾਦ ਆ ਕੀ ਆ ਕਿ ਕੁਛ ਬਹੁਤ ਅਮੀਰ ਘਰਾਂ ਦੇ ਮੁੰਡੇ ਇੰਸਟਾ ਤੇ ਇੱਕ ਗਰੁੱਪ ਬਣਾ ਕੇ ਚੈਟ ਕਰ ਰਹੇ ਸਨ। ਤੇ ਜਿੱਦਾਂ ਕਹੀਏ ਕਿ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਸ਼ਾਨਦਾਰ ਸਕੂਲਾਂ 'ਚ ਪੜ੍ਹਨ ਵਾਲੇ ਸੀਗੇ, ਤਾਂ ਇਹਨਾਂ ਨੇ ਉੱਥੇ ਰੇਪ, ਜਿੱਦਾਂ ਆਪਾਂ ਉਕਸਾਉਣ ਵਾਲੀਆਂ ਗੱਲਾਂ ਕਰਦੇ ਆ, ਰੇਪ ਨੂੰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ, ਔਰ ਕੁੜੀਆਂ ਦੀਆਂ ਗੱਲਾਂ, ਕੁੜੀਆਂ ਦੀਆਂ ਨੰਗੀਆਂ ਫੋਟੋਆਂ ਜਿਹੜੀਆਂ ਕਿ ਇਹਨਾਂ ਦੇ ਨਾਲ ਹੀ ਪੜ੍ਹਦੀਆਂ ਸਨ, ਤੇ ਕਿਸ ਤਰ੍ਹਾਂ ਕੁੜੀਆਂ ਨੂੰ ਛੇੜਿਆ ਜਾਂਦਾ ਹੈ, ਉਹਨਾਂ ਕੁੜੀਆਂ ਦੇ ਨਾਲ ਲੈ ਕੇ, ਮਤਲਬ ਕਿ ਜੋ ਜਾਣ ਦਾ ਗੰਦ ਇਹਨਾਂ ਨੇ ਉੱਥੇ ਪਾਇਆ ਹੋਇਆ ਸੀਗਾ। ਤੇ ਜਿਹੜੇ ਮੁੰਡੇ ਆ ਇਹ ਸਾਰੇ 18 ਤੋਂ ਥੱਲੇ ਦੇ ਆ। ਉਸ ਤੋਂ ਬਾਅਦ ਫਿਰ ਹੋਇਆ ਕਿ ਇੱਕ ਕੁੜੀ ਨੇ ਹਿੰਮਤ ਕਰਕੇ ਉਹ ਸਕਰੀਨਸ਼ਾਟ ਬਾਹਰ ਘੱਲ ਦਿੱਤੇ, ਔਰ ਕਮਾਲ ਦੀ ਗੱਲ ਹੈ ਕਿ ਉਹਨੂੰ ਉਹਨਾਂ ਨੇ ਥ੍ਰੈਟ ਕੀਤਾ। ਉਸ ਤੋਂ ਬਾਅਦ ਦੂਸਰਾ ਗਰੁੱਪ ਬਣਾ ਲਿਆ, ਮਤਲਬ ਕਿ ਜਿਹੜਾ ਇਹ ਗਰੁੱਪ ਚੱਲਦਾ ਪਿਆ ਸੀਗਾ ਨਾ ਇਹਨਾਂ ਦਾ, ਉਸੇ ਨਾਮ ਤੇ ਇਹਨਾਂ ਨੇ ਜਿਹੜਾ ਬॉयਜ਼ ਲਾਕਰ ਰੂਮ ਸੀਗਾ ਉਹ 2 ਦੇ ਨਾਮ ਤੇ ਬਣਾ ਲਿਆ। ਹਾਲਾਂਕਿ ਹੁਣ ਫੇਸਬੁੱਕ ਨੇ ਵੀ ਜਿੱਦਾਂ ਦੇ ਦਿੰਦੇ ਹੁੰਦੇ ਨਾ ਇੱਕ ਸਫਾਈ ਜੀ ਦੇ ਦਿੰਦੇ, ਸਪਸ਼ਟੀਕਰਨ ਜਿਹਾ ਉਹਨਾਂ ਨੇ ਵੀ ਦਿੱਤਾ। ਤਾਂ ਉਹ ਜਿਹੜੇ ਸਕਰੀਨਸ਼ਾਟ ਸੀਗੇ ਫਿਰ ਗਾਂ ਵਾਇਰਲ ਹੁੰਦੇ ਗਏ। ਫਿਰ ਇਸ ਤੋਂ ਬਾਅਦ ਕੁਛ ਮਾਪੇ ਸੀ ਜਿਹੜੇ ਕੁੜੀਆਂ ਦੇ, ਉਹ ਅੱਗੇ ਆਏ, ਹਿੰਮਤ ਕੀਤੀ। ਹਾਲਾਂਕਿ ਇਹਨਾਂ ਨੇ ਸਿੱਧਾ ਦੂਜਾ ਗਰੁੱਪ ਬਣਾ ਕੇ ਕਹਿ ਦਿੱਤਾ ਕਿ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੇ ਫੇਕ ਅਕਾਊਂਟਾਂ ਤੋਂ, ਤਾਂ ਕਿ ਤੁਹਾਨੂੰ ਕੋਈ ਐਕਸਪੋਜ਼ ਨਾ ਕਰ ਸਕੇ। ਪਰ ਗੱਲਾਂ ਉਹੀ ਗੰਦੀਆਂ, ਉਹੀ ਮਾੜੀਆਂ ਗੱਲਾਂ, ਮਾੜੀਆਂ ਕਰਤੂਤਾਂ। ਉਸ ਤੋਂ ਬਾਅਦ ਜਦੋਂ ਮਾਮਲੇ ਸ਼ੁਰੂ ਹੋਏ ਦਰਜ ਹੋਣੇ, ਤਾਂ ਫਿਰ ਕਾਫੀ ਮਾਮਲੇ ਦਰਜ ਹੋਏ ਇਹਨਾਂ ਤੇ। ਤਕਰੀਬਨ ਮੇਰੇ ਖਿਆਲ ਦੇ ਨਾਲ 3-4 ਮਾਮਲੇ ਜਿਹੜੇ ਆ ਉਹ ਸੋਮਵਾਰ ਤੱਕ ਹੀ ਦਰਜ ਹੋ ਗਏ ਸਨ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਵੱਧਦਾ ਇੱਕ ਮੁੰਡੇ ਦੀ ਗ੍ਰਿਫਤਾਰੀ ਤੱਕ ਚਲੇ ਗਿਆ। ਇੱਕ 15 ਸਾਲ ਦਾ ਮੁੰਡਾ ਜਿਹੜਾ ਉਹ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਸੋ ਇਹ ਕਰਤੂਤਾਂ ਚੱਲਦੀਆਂ ਪਈਆਂ, ਬਹੁਤ ਜ਼ਿਆਦਾ ਵਿਵਾਦ ਹੈ ਇਸ ਵੇਲੇ ਭਖਿਆ। ਹਾਲਾਂਕਿ ਆਪਾਂ ਚਲੋ ਪੰਜਾਬੀ ਸੋਸ਼ਲ ਮੀਡੀਆ ਤੇ ਤਾਂ ਕੋਈ ਜ਼ਿਕਰ ਨਹੀਂ ਹੈ ਹਾਲ ਦੀ ਘੜੀ। ਜੇ ਤੁਸੀਂ ਦੇਖੋਗੇ ਟਵਿੱਟਰ ਤੇ ਬਹੁਤ ਜ਼ਿਆਦਾ ਇਹ ਮੁੱਦਾ ਜਿਹੜਾ ਟ੍ਰੈਂਡ ਕਰਦਾ ਪਿਆ ਕਿ ਸਾਡਾ ਦੇਸ਼ ਦਾ ਭਵਿੱਖ ਕੈਸਾ ਹੈ, ਜਿਹੜਾ ਕਿ ਰੇਪ ਕਰਨ ਦੀ ਵਿਉਂਤ ਸਾਂਝੀ ਕਰਦਾ ਪਿਆ ਕਿ ਫਲਾਣੀ ਦਾ ਰੇਪ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਔਰ ਆਪਣੀਆਂ ਕਰਤੂਤਾਂ ਦੱਸਦੇ ਪਏ ਆ ਕਿ ਕਿਹਨੂੰ ਉਹ ਕਿਸ ਤਰ੍ਹਾਂ ਤੰਗ ਕਰਦੇ ਆ, ਕਿਸ ਤਰ੍ਹਾਂ ਉਹਨੂੰ ਛੇੜਦੇ ਆ। ਸੋ ਇਹ ਬਹੁਤ ਜ਼ਿਆਦਾ ਇਸ ਵੇਲੇ ਮੈਂ ਕਹੂੰਗਾ ਕਿ ਚਿੰਤਾਪੁਰ ਕਰਨ ਵਾਲਾ ਮੁੱਦਾ ਕਿ ਮਾਪੇ ਜਿਹੜੇ ਆ, ਹਾਂ ਸਿੱਧੇ ਤੌਰ ਤੇ ਆਪਾਂ ਉਹਨਾਂ ਨੂੰ ਦੋਸ਼ੀ ਨਹੀਂ ਮੰਨ ਸਕਦੇ, ਪਰ ਕਿਤੇ ਨਾ ਕਿਤੇ ਸਮਝਾਂਗੇ ਕਿ ਜ਼ਿੰਮੇਵਾਰੀ ਉਹਨਾਂ ਦੀ ਵੀ ਆ। ਪਰ ਦੇਸ਼ ਦਾ ਭਵਿੱਖ ਇਸ ਤਰ੍ਹਾਂ ਦਾ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਦੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਸਨ ਉਹ ਆਪਣੇ ਨਾਲ ਪੜ੍ਹਦੀਆਂ ਬੱਚੀਆਂ ਦਾ ਜਿੱਦਾਂ ਕਰੀਏ ਖਿਆਲ ਰੱਖਦੇ ਸਨ, ਪ੍ਰੋਟੈਕਟਰ ਹੁੰਦੇ ਸਨ। ਤਾਂ ਅੱਜ ਦੀ ਤਰੀਕ ਦੇ ਵਿੱਚ ਵੇਖੋ ਕਿ ਤਮਾਸ਼ਾ ਜਿਹੜਾ ਕੀ ਚੱਲਦਾ ਪਿਆ। ਮਾਮਲਾ ਦਰਜ ਕਰ ਲਿਆ ਗਿਆ, ਬਹੁਤ ਹਾਈ ਪ੍ਰੋਫਾਈਲ ਮਾਮਲਾ ਬਣਿਆ ਪਿਆ ਇੰਡੀਆ 'ਚ। ਜੀ ਬਿਲਕੁਲ, ਇੱਦਾਂ ਦੀਆਂ ਸਥਿਤੀਆਂ ਬਹੁਤ ਸਾਰੇ ਮੁਲਕਾਂ 'ਚ ਜਿਹੜੀਆਂ ਉਹ ਹੈਗੀਆਂ ਨੇ। ਇੱਥੇ ਵੀ ਇੱਦਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਰਹਿੰਦੀ ਹੈ, ਪਰ ਜਦੋਂ ਬੰਦੇ ਫਸਦੇ ਨੇ ਤਾਂ ਫਿਰ ਸਾਰੀ ਉਮਰ ਦੇ ਲਈ ਅੰਦਰ ਹੀ ਉਹਨਾਂ ਨੂੰ ਰਹਿਣਾ ਪੈਂਦਾ। ਅਗਲੀ ਜਿਹੜੀ ਗੱਲ ਕਰੀਏ, ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਕਹਿੰਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਆ ਗਿਆ। ਦੇਖੋ, ਜੱਗੂ ਭਗਵਾਨਪੁਰੀਆ ਹੋਵੇ ਚਾਹੇ ਕੋਈ ਹੋਵੇ, ਕਰੋਨਾ ਨੇ ਕੋਈ ਡੈਂਡੀ ਥੋੜੀ ਪੁੱਛਣੀ ਆ ਕਿ ਤੂੰ ਹਾਂ ਭਾਈ ਕੌਣ ਆ। ਜਿਹੜਾ ਵੀ ਆਇਆ ਰਗੜਿਆ ਲਾਓ। ਸੋ ਇੱਥੇ ਵੱਡੇ ਡਿੱਗੇ ਪਏ ਆ। ਤਾਂ ਕੋਈ ਬਿਮਾਰੀ ਹੈ ਜਿਹੜੀ ਉਹ ਕਿਸੇ ਧਰਮ ਨਾਲ ਨਹੀਂ ਜੋੜਨੀ ਚਾਹੀਦੀ, ਕਿਉਂਕਿ ਬਿਮਾਰੀ ਕਿਸੇ ਨਾਲ ਪੱਖਪਾਤ ਨਹੀਂ ਕਰਦੀ, ਉਹ ਬਰੋਬਰ ਹੀ ਰੱਖੀ ਆਉਂਦੀ ਹੈ। ਤਾਂ ਖੈਰ ਜੱਗੂ ਭਗਵਾਨਪੁਰੀਆ ਅਸਲ ਦੇ ਵਿੱਚ ਨਾ ਰਿਮਾਂਡ ਤੇ ਚੱਲਣ ਡਿਆ ਸੀਗਾ, ਇੱਕ ਥਾਣੇ ਦੇ ਵਿੱਚ ਇਹਦਾ ਰਿਮਾਂਡ ਚੱਲਦਾ ਪਿਆ। ਉੱਥੋਂ ਹੀ ਰੌਲਾ ਪਿਆ, ਕਹਿੰਦੇ ਕਿ ਇਹਨੂੰ ਸ਼ੱਕ ਦੇ ਆਧਾਰ ਤੇ ਜਦੋਂ ਟੈਸਟ ਕਰਵਾਇਆ ਗਿਆ ਇਹਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆਈ, ਪਰ ਉਸ ਤੋਂ ਬਾਅਦ ਇਹਦੀ ਮਾਂ ਆ ਗਈ ਉੱਥੇ ਥਾਣੇ ਦੇ ਅੱਗੇ, ਉਹਨੇ ਬਹੁਤ ਜ਼ਿਆਦਾ ਵਿਵਾਦ ਕੀਤਾ, ਬਹੁਤ ਜ਼ਿਆਦਾ ਬਵਾਲ ਕੀਤਾ। ਉਸ ਤੋਂ ਬਾਅਦ ਫਿਰ ਇਹਦੀ ਰਿਪੋਰਟ ਜਿਹੜੀ ਆ ਉਹ ਦੁਬਾਰਾ ਕਰਵਾਉਣ ਲਈ ਸੈਂਪਲ ਲਿਆ ਗਿਆ, ਮਤਲਬ ਕਿ ਦੁਬਾਰਾ ਟੈਸਟ ਹੋਊਗਾ ਹੁਣ ਜੱਗੂ ਭਗਵਾਨਪੁਰੀਏ ਦਾ, ਕਿਉਂਕਿ ਉਹਨਾਂ ਦਾ ਦੋਸ਼ ਸੀਗਾ ਘਰ ਵਾਲਿਆਂ ਦਾ ਕਿ ਜੱਗੂ ਭਗਵਾਨਪੁਰੀਏ ਨੂੰ ਸਾਜ਼ਿਸ਼ ਦੇ ਤਹਿਤ ਪੋਜ਼ਿਟਿਵ ਦੱਸਿਆ ਜਾ ਰਿਹਾ। ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਇੱਥੇ ਟੈਸਟਿੰਗ ਦਾ ਬਹੁਤ ਵੱਡਾ ਵਿਵਾਦ ਹੈ ਇਸ ਵੇਲੇ, ਔਰ ਇਹ ਜਿਹੜੇ ਸਾਡੇ ਸਿਹਤ ਮੰਤਰੀ ਆ ਨਾ, ਉਹ ਵੀ ਇਸ ਵਿਵਾਦ ਨੂੰ ਸਾਫ਼ ਕਰਨ ਦੀ ਥਾਂ ਤੇ, ਘਟਾਉਣ ਦੀ ਥਾਂ ਤੇ ਕਹਿ ਲਈਏ ਉਲਝਾ ਰਹੇ ਆ। ਕਿਸ ਤਰ੍ਹਾਂ, ਮੈਂ ਇੱਕ ਤੁਹਾਨੂੰ ਉਦਾਹਰਣ ਦੇ ਦਿੰਦਾ, ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚੋਂ 2 ਰਿਪੋਰਟਾਂ ਨੇ ਬਹੁਤ ਹੈਰਾਨ ਕੀਤਾ। ਅੱਜ ਤੇ ਵੈਸੇ ਇੱਕ ਜਿਹੜੀ ਆ ਉਹ ਹਾਲੇ ਚੱਲਦੀ ਪਈ ਆ ਸੁਰਖੀਆਂ ਦੇ ਵਿੱਚ ਕਿ ਇੱਕ ਮੁੰਡੇ ਨੂੰ ਪਹਿਲਾਂ ਇਹਨਾਂ ਨੇ ਨੈਗੇਟਿਵ ਕਰਾਰ ਦੇ ਦਿੱਤਾ, ਫਿਰ ਬਾਅਦ ਦੇ ਵਿੱਚ ਪੋਜ਼ਿਟਿਵ ਕਹਿ ਕੇ ਵਾਪਸ ਲੈ ਗਏ, ਜਿੱਦਾਂ ਦੀ ਜਲੰਧਰ ਘਟਨਾ ਵਾਪਰੀ ਸੀ, ਸਿਮਿਲਰ ਉਹੀ ਘਟਨਾ ਘਟੀ ਆ। ਤਾਂ ਇੱਥੇ ਕੀ ਆ ਕਿ 2 ਰਿਪੋਰਟਾਂ ਆਈਆਂ,
ਇੱਕ ਦੇ ਵਿੱਚ ਮੁੰਡੇ ਨੂੰ ਨੈਗੇਟਿਵ ਕਿਹਾ ਗਿਆ, ਇੱਕ 'ਚ ਪੋਜ਼ਿਟਿਵ ਕਿਹਾ ਗਿਆ। ਤੇ ਜਿਹੜੇ ਹੈਗੇ ਆ ਸਿਹਤ ਮੰਤਰੀ, ਉਹ ਕਹਿੰਦੇ ਆ ਜੀ ਕਿ ਜੇ ਮੰਨ ਲਓ 2 ਰਿਪੋਰਟਾਂ ਦੇ ਵਿੱਚੋਂ ਇੱਕ ਵੀ ਆ ਜਾਵੇ ਨੈਗੇਟਿਵ ਤਾਂ ਅਸੀਂ ਉਹਨੂੰ ਪੋਜ਼ਿਟਿਵ ਡਿਕਲੇਅਰ ਨਹੀਂ ਕਰਦੇ। ਤਾਂ ਦੇਖੋ ਕਿਸ ਤਰ੍ਹਾਂ ਕਨਫਿਊਜ਼ਨ ਵਧਾਈ ਜਾ ਰਹੀ ਹੈ, ਦੁਵਿਧਾ ਵਧਾਈ ਜਾ ਰਹੀ ਹੈ। ਕਹਿੰਦੇ ਕਿ ਜੇ ਮੰਨ ਲਓ ਇੱਕ ਵੀ ਨੈਗੇਟਿਵ ਆਉਂਦੀ ਆ ਤਾਂ ਅਸੀਂ ਬੰਦੇ ਨੂੰ ਪੋਜ਼ਿਟਿਵ ਡਿਕਲੇਅਰ ਨਹੀਂ ਕਰਦੇ। ਪਰ ਦੂਸਰੇ ਪਾਸੇ ਉਸੇ ਜ਼ਿਲ੍ਹੇ ਦੇ ਜਿਹੜੇ ਸਿਵਲ ਸਰਜਨ ਆ ਉਹ ਕਹਿੰਦੇ ਕਿ ਨਹੀਂ ਜੀ, ਸਾਡਾ ਤਾਂ ਜਿਹੜਾ ਕੰਮ ਆ ਉਹ ਇੱਥੇ ਇਸ ਤਰ੍ਹਾਂ ਦਾ ਹੀ ਚੱਲਦਾ ਹੈ ਕਿ ਜੇ ਮੰਨ ਲਓ ਇੱਕ ਵਾਰੀ ਵੀ ਪੋਜ਼ਿਟਿਵ ਆ ਗਿਆ ਬੰਦਾ ਤਾਂ ਅਸੀਂ ਡਿਕਲੇਅਰ ਕਰ ਦਿੰਦੇ ਹਾਂ। ਤਾਂ ਹੁਣ ਤੁਸੀਂ ਇਹ ਵੇਖ ਲਓ ਕਿ ਸਿਹਤ ਮਹਿਕਮੇ ਦਾ ਜਾਂ ਸਿਹਤ ਮੰਤਰਾਲੇ ਦਾ ਜਿਹੜਾ ਤਾਲਮੇਲ ਆ ਉਹ ਕਿਸ ਤਰ੍ਹਾਂ ਦਾ ਹੈ। ਜਦ ਕਿ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ। ਸਿਹਤ ਮੰਤਰੀ ਨੂੰ ਸਾਫ਼ ਕਰਨਾ ਚਾਹੀਦਾ ਕਿ ਕਿਸ ਸਥਿਤੀ ਦੇ ਵਿੱਚ ਜੇ ਮੰਨ ਲਓ 2 ਤੁਸੀਂ ਸੈਂਪਲ ਲੈਂਦੇ ਹੋ ਕਿਸੇ ਬੰਦੇ ਦੇ, ਜੇ ਉਹਦੀ ਇੱਕ ਰਿਪੋਰਟ ਨੈਗੇਟਿਵ ਆ ਜਾਂਦੀ ਹੈ ਤਾਂ ਉਹਨੂੰ ਕੀ ਮੰਨੋਗੇ, ਪੋਜ਼ਿਟਿਵ ਜਾਂ ਨੈਗੇਟਿਵ? ਤਾਂ ਇੱਥੇ ਇਹ ਮੁੱਦਾ ਜਿਹੜਾ ਉਹ ਹੀ ਹੱਲ ਨਹੀਂ ਹੋ ਰਿਹਾ ਕਿ ਪੋਜ਼ਿਟਿਵ ਗਿਣੋਗੇ ਕਿ ਨੈਗੇਟਿਵ ਗਿਣੋਗੇ। ਤਾਂ ਜਿਹੜਾ ਬੰਦਾ ਹੁੰਦਾ ਜਿਹਨੂੰ ਚੱਕ ਕੇ ਲੈ ਜਾਂਦੇ, ਆਈਸੋਲੇਟ ਕਰਦੇ, ਉਹ ਤੇ ਕਰਲਾਉਂਦਾ ਕਿ ਮੇਰੀ ਤਾਂ ਰਿਪੋਰਟ ਇੱਕ ਨੈਗੇਟਿਵ ਵੀ ਆਈ ਆ। ਸੋ ਇਹ ਹਾਲ ਹੋਇਆ ਪਿਆ ਟੈਸਟਿੰਗ ਦਾ। ਤਾਂ ਬਹਰਹਾਲ ਜੱਗੂ ਭਗਵਾਨਪੁਰੀਏ ਦਾ ਵੀ ਰੌਲਾ ਚੱਲਦਾ ਪਿਆ। ਸਵੇਰੇ ਦੇਖੋ ਹੁਣ ਦੂਸਰੀ ਰਿਪੋਰਟ ਦਾ ਕੀ ਟੈਸਟ ਆਉਂਦਾ। ਪਰ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਇਕੱਲੇ ਜੱਗੂ ਭਗਵਾਨਪੁਰੀਏ ਤੱਕ ਮਹਿਦੂਦ ਨਹੀਂ ਹੈ, ਸੀਮਤ ਨਹੀਂ ਹੈ, ਮੋਗੇ ਤੱਕ ਨਹੀਂ ਹੈ। ਇੱਥੇ ਇੱਕ ਹੋਰ ਵੀ ਵਿਵਾਦ ਆ, ਕੋਈ ਦਿੱਲੀ ਤੋਂ ਆਇਆ ਸ਼ਖਸ, ਮੇਰੇ ਖਿਆਲ ਦੇ ਨਾਲ ਉਹ ਵੀ ਸੰਗਤ ਦੇ ਨਾਲ ਹੀ ਆਇਆ, ਜੋ ਲੋਕ ਮਹਾਰਾਸ਼ਟਰ ਤੋਂ ਪਰਤੇ ਆ। ਤਾਂ ਉਹਨਾਂ ਦਾ ਕੀ ਕਹਿਣਾ ਆ, ਉਹ ਇਹ ਕਹਿ ਰਹੇ ਆ ਕਿ ਸਾਡੀ ਬੱਚੀ ਆ ਕੁਛ ਮਹੀਨਿਆਂ ਦੀ ਤੇ ਦੁੱਧ ਚੁੰਗਦੀ ਆ ਬੱਚੀ ਸ਼ਾਇਦ ਮਾਂ ਦਾ, ਤੇ ਉਹ ਕਹਿੰਦੇ ਕਿ ਸਾਰਾ ਕੁਛ ਮਤਲਬ ਕਿ ਮਾਂ ਦੇ ਨਾਲ ਹੀ ਆ, ਸੌਣਾ ਖਾਣਾ ਪੀਣਾ, ਤੇ ਜਿਹੜੀ ਬੱਚੀ ਉਹ ਪੋਜ਼ਿਟਿਵ ਆ ਰਹੀ ਹੈ, ਮਾਂ ਜਿਹੜੀ ਆ ਨੈਗੇਟਿਵ ਆ ਰਹੀ ਹੈ। ਦੱਸੋ ਕੀ ਮਾਮਲਾ? ਤਾਂ ਉਹਨਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ, ਉਹਨਾਂ ਦੀ ਵੀ ਵੀਡੀਓ ਵਾਇਰਲ ਹੋਈ ਆ। ਸੋ ਟੈਸਟਿੰਗ ਜਿਹੜਾ ਉਹ ਇੱਥੇ ਜਿੱਦਾਂ ਕਹ ਲਈਏ ਕਿ ਐਸਾ ਮੁੱਦਾ ਜਿਹਦੇ ਤੇ ਕੋਈ ਕਲੈਰਿਟੀ ਨਹੀਂ ਹੈ, ਕੋਈ ਸਫਾਈ ਨਹੀਂ ਹੈ, ਕੋਈ ਜਿੱਦਾਂ ਕਹਿ ਲਓ ਪੁਖਤਗੀ ਨਹੀਂ ਹੈ ਕਿਸੇ ਬੰਨਿਓ ਵੀ। ਤਾਂ ਇਹ ਵੀ ਨਹੀਂ ਪਤਾ ਲੱਗਦਾ ਪਿਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਟੈਸਟ ਜਿਹੜੇ ਉਹ ਕਿਹੜੇ ਹੋ ਰਹੇ ਆ, PCR ਟੈਸਟ ਹੋ ਰਿਹਾ ਜਾਂ ਕੋਈ ਟੈਸਟ ਕੋਈ ਹੋਰ ਕੀਤਾ ਜਾ ਰਿਹਾ, ਇਹ ਵੀ ਸਾਫ਼ ਨਹੀਂ ਹੈ। ਕੋਈ ਜਾਣਕਾਰੀ ਇਸ ਬਾਬਤ ਵੀ ਨਹੀਂ ਦਿੱਤੀ ਜਾਂਦੀ। ਤਾਂ ਜਦੋਂ ਇਹ ਬੁਲੇਟਿਨ ਜਾਰੀ ਕਰਦੇ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਬਰੀਫਿੰਗ ਜ਼ਰੂਰ ਕਰਨੀ ਚਾਹੀਦੀ ਆ, ਚਾਹੇ ਸਿਹਤ ਮਹਿਕਮੇ ਵਾਲੇ ਕਰਨ, ਚਾਹੇ ਸਿਹਤ ਮੰਤਰਾਲੇ ਵਾਲੇ ਕਰਨ, ਕੋਈ ਵੀ ਕਰੇ, ਇਹਨਾਂ ਨੂੰ ਬਰੀਫਿੰਗ ਜ਼ਰੂਰ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦੀ ਡੇਲੀ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਡੇਰਾ ਬਿਆਸ ਦੇ ਭਵਨਾਂ ਵਿੱਚ ਰਹਿ ਰਹੇ ਸ਼ਰਧਾਲੂਆਂ ਦਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦੇ ਨਾਲ ਜਾਣ ਤੋਂ ਉਹਨਾਂ ਨੇ ਕੀਤਾ ਇਨਕਾਰ। ਦੇਖੋ ਇਹ ਵੀ ਨਾ ਇੱਕ ਚੱਲਦੀ ਪਈ ਹੈ ਕੰਟਰੋਵਰਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਕਹਿੰਦੀ ਸੀਗੀ ਕਿ ਇਹਨਾਂ ਨੇ ਇਨਕਾਰ ਕਰ ਦਿੱਤਾ SGPC ਵਾਲਿਆਂ ਨੇ ਸਾਨੂੰ ਸਰਾਵਾਂ ਦੇਣ ਤੋਂ, ਤੇ ਦੂਜੇ ਪਾਸੇ ਇਹ ਦੋਸ਼ ਲਾਉਂਦੇ ਸੀ ਕੁਝ ਕਾਂਗਰਸੀਏ ਕਿ ਹਾਂਜੀ ਇਹਨਾਂ ਨੂੰ ਅਸੀਂ ਪੁੱਛਿਆ ਸੀਗਾ, ਇਹਨਾਂ ਨੇ ਸਾਡੀ ਗੱਲਬਾਤ ਜਿਹੜੀ ਆ ਨਹੀਂ ਸੁਣੀ। ਦੂਸਰੇ ਪਾਸੇ SGPC ਵਾਲੇ ਕਹਿੰਦੇ ਕਿ ਇਹਨਾਂ ਨੇ ਸਾਨੂੰ ਕੁਛ ਨਹੀਂ ਪੁੱਛਿਆ ਦੱਸਿਆ। ਖਬਰਾਂ ਇਹ ਵੀ ਆਉਣ ਡਈਆਂ ਨੇ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਬੰਦੇ ਘੱਲੇ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚੋਂ ਕੁਝ ਕਾਂਗਰਸੀਆਂ ਨੇ ਹੀ ਮੋੜ ਦਿੱਤਾ, ਕਿਉਂਕਿ ਡਰ ਇਹ ਵੀ ਆ ਨਾ ਕਿ ਕਾਲੀ ਜਿਹੜੇ ਆ ਉਹ ਆਪਣੇ ਆਪ ਨੂੰ ਨਾ ਚਮਕਾ ਲੈਣ, ਉਹ ਨਾ ਆਪਣੇ ਆਪ ਨੂੰ ਲਿਸ਼ਕਾ ਲੈਣ ਇਸ ਮਾਮਲੇ ਦੇ ਵਿੱਚ। ਤਾਂ ਕ੍ਰੈਡਿਟ ਵਾਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਅੱਗੇ ਨੁਕਸਾਨ ਕਰਕੇ ਗਿਆ ਇਸ ਮਾਮਲੇ ਦੇ ਵਿੱਚ, ਜੋ ਸਾਰਾ ਚੱਲਦਾ ਪਿਆ ਸਮੁੱਚਾ ਪ੍ਰਕਰਨ ਜਿਹੜਾ ਵਾਪਰਦਾ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ। ਤਾਂ ਖੈਰ ਇਹ ਸਾਰਾ ਕੁਝ ਆਪਣੇ ਆਪ ਦੇ ਵਿੱਚ ਚੱਲਦਾ ਹੀ ਪਿਆ। ਤਾਂ ਇੱਕ ਵਿਵਾਦ ਇਹ ਵੀ ਆ ਕਿ ਜਿਹੜੇ ਸਿੱਖ ਉੱਥੋਂ ਆਏ ਆ ਉਹਨਾਂ ਨੂੰ ਰਾਧਾ ਸਵਾਮੀਆਂ ਦੇ ਡੇਰਿਆਂ 'ਚ ਕਾਹਤੋਂ ਰੋਕਿਆ ਗਿਆ, ਇਹ ਵੀ ਇੱਕ ਵਿਵਾਦ ਆ ਕਿ ਉਹਨਾਂ ਨੂੰ ਸਰਕਾਰ ਨੇ ਆਪਣੇ ਪੱਧਰ ਤੇ ਹੀ ਜਾ ਕੇ ਡੇਰਿਆਂ ਦੇ ਵਿੱਚ ਠਹਿਰਾ ਦਿੱਤਾ, ਜਦ ਕਿ SGPC ਕਹਿੰਦੀ ਕਿ ਸਾਡੇ ਕੋਲ ਸਰਾਵਾਂ ਹੈਗੀਆਂ, ਅਸੀਂ ਪੇਸ਼ਕਸ਼ ਕੀਤੀ ਆ ਇਹਨਾਂ ਨੂੰ, ਅਸੀਂ ਕਿਹਾ ਹੋਇਆ ਕਿ ਤੁਸੀਂ ਸਾਡੀਆਂ ਸਰਾਵਾਂ ਲੈ ਲਓ, ਸਾਡੇ ਕੋਲ ਸਾਰੇ ਇੰਤਜ਼ਾਮਾਤ ਹੈਗੇ ਆ, ਤੁਸੀਂ ਕਿਉਂ ਨਹੀਂ ਜੇ ਲੈਂਦੇ। ਤਾਂ ਜਦ ਹੁਣ ਇਹ ਗਏ SGPC ਵਾਲੇ, ਬਹੁਤ ਵੱਡਾ ਉੱਥੇ ਬਣਾਇਆ ਹੋਇਆ ਇਹਨਾਂ ਨੇ ਜਿਹੜਾ ਉਹ ਕੁਆਰੰਟੀਨ ਸੈਂਟਰ, ਉਹਦੇ ਵਿੱਚ ਜਾ ਕੇ ਜਦੋਂ ਇਹਨਾਂ ਨੇ ਆਖਿਆ ਕਿ ਹਾਂ ਭਾਈ ਤੁਸੀਂ ਉੱਧਰ ਆ ਜਾਓ, ਸਾਡੇ ਵੱਲ ਚੱਲੋ, ਤਾਂ ਉਹਨਾਂ ਨੇ ਆਖਿਆ ਕਿ ਦੇਖੋ ਇੱਥੇ ਸਾਨੂੰ 2 ਵਕਤ ਤਾਜ਼ਾ ਰੋਟੀ ਮਿਲਦੀ ਆ, ਦੁੱਧ ਮਿਲਦਾ, ਫਰੂਟ ਮਿਲਦਾ, ਗਰਮ ਪਾਣੀ ਦੇ ਨਾਲ ਨਾਲ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ, ਤੇ ਅਸੀਂ ਇੱਥੋਂ ਛੱਡ ਕੇ ਨਹੀਂ ਜਾਵਾਂਗੇ ਚਾਹੇ ਕੁਛ ਵੀ ਆ। ਤਾਂ ਦੇਖੋ ਜਦੋਂ ਉਹਨਾਂ ਨੇ ਫੈਸਲਾ ਹੀ ਕਰ ਲਿਆ ਕਿ ਜਿੱਥੇ ਉਹ ਹੈਗੇ ਆ ਕੁਆਰੰਟੀਨ ਸੈਂਟਰ ਦੇ ਵਿੱਚ ਤਾਂ ਉੱਥੇ ਉਹਨਾਂ ਨੂੰ ਰਹਿਣ ਦਿਓ, ਤਾਂ ਫਿਰ ਸਭ ਕੁਛ ਠੀਕ ਆ। ਪਰ ਦੂਜੇ ਪਾਸੇ SGPC ਦੇ ਵਿੱਚ ਇੱਕ ਵੱਡੀ ਖਬਰ ਅੱਜ ਇਹ ਆਈ ਆ ਕਿ ਬੇਅਦਬੀ ਦੇ ਮਾਮਲੇ 'ਚ ਸ਼ਾਇਦ ਤੁਹਾਨੂੰ ਪਤਾ ਹੋਵੇ ਅੰਮ੍ਰਿਤਸਰ ਦੇ ਵਿੱਚ ਗੁਰਬਾਣੀ ਦੀ ਪਾਵਨ ਪੋਥੀ ਤੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਆ। ਤਾਂ ਉਹ ਜਿਹੜੀ ਘਟਨਾ ਵਾਪਰੀ ਉਸ ਘਟਨਾ ਨੂੰ ਚਸ਼ਮਦੀਦੀ ਨਾਲ
ਜਿਹੜੇ ਲੋਕ ਵੇਖ ਰਹੇ ਸੀਗੇ ਉਹਨਾਂ ਨੇ ਬਾਅਦ ਦੇ ਵਿੱਚ SGPC ਨੂੰ ਇਨਫੋਰਮ ਵੀ ਕੀਤਾ। ਉਹਨਾਂ ਦੀ ਬਦੌਲਤ ਜਿਹੜੇ ਬੰਦੇ ਫੜੇ ਗਏ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ। ਮਤਲਬ ਕਿ ਉਹ ਸਫਾਈ ਵਾਲੇ ਗੱਡੀ ਹੁੰਦੀ ਹੈ ਨਾ, ਜਿਹੜੇ ਸਫਾਈ ਕਰਮਚਾਰੀ, ਉਹਨਾਂ ਦੀ ਗੱਡੀ ਜਿਹੜਾ ਇੱਕ ਚਲਾਉਂਦਾ ਸੀ ਜਾਂ ਇੱਕ ਹੈਲਪਰ ਸੀ, ਉਹਨਾਂ ਨੇ ਇਸ ਸਾਰੀ ਘਟਨਾ ਦਾ ਪਰਦਾਫਾਸ਼ ਕੀਤਾ ਸੀਗਾ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਅੱਛੀ ਪਹਿਲ ਕਦਮੀ ਆ। ਦੂਜੀ ਚੀਜ਼ ਇਹ ਆ ਕਿ ਇਸ ਬੇਅਦਬੀ ਦੀ ਘਟਨਾ ਦੇ ਵਿੱਚ ਇੱਕ SGPC ਦਾ ਬੰਦਾ ਹੀ ਨਿਕਲਿਆ, ਜਿਹੜਾ ਮੁਲਜ਼ਮ ਹੈ। ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਨਾ, 3 ਸ਼ਾਇਦ ਮੇਰੇ ਖਿਆਲ ਦੇ ਨਾਲ ਗ੍ਰਿਫਤਾਰ ਕੀਤੇ ਗਏ। ਅੱਜ ਖਬਰ ਲੱਗੀ ਸੀਗੀ ਤਾਂ ਉਹਦੇ ਵਿੱਚ ਇੱਕ SGPC ਨਾਲ ਜੁੜਿਆ ਵੀ ਹੈ। ਤਾਂ ਇਹ ਤੁਸੀਂ ਆਪ ਹੀ ਵੇਖ ਲਓ ਕਿ ਕਰਤੂਤਾਂ ਕਿਸ ਤਰ੍ਹਾਂ ਦੀਆਂ ਲੋਕ ਕਰਦੇ ਆ। ਤਾਂ ਖੈਰ ਜੋ ਵੀ ਹੈ, SGPC ਵਾਲਾ ਮਾਮਲਾ ਤੇ ਜੋ ਇਹ ਕੁਆਰੰਟੀਨ ਸੈਂਟਰਾਂ ਦਾ ਮਾਮਲਾ ਰਾਧਾ ਸਵਾਮੀਆਂ ਦੇ ਡੇਰਿਆਂ 'ਚ ਬਣਾਇਆ, ਇਹ ਵੀ ਇੱਕ ਕਹਿ ਲਈਏ ਕਿ ਇਸ ਵੇਲੇ ਦਾ ਭਖਦਾ ਮੁੱਦਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸੰਗਤ ਦੀ ਆਮਦ ਨੂੰ ਲੈ ਕੇ ਵੀ ਇੱਕ ਐਸਾ ਵਿਵਾਦ ਭਖਿਆ ਹੋਇਆ ਜਿਹੜਾ ਹੱਦਾਂ ਸਰਹੱਦਾਂ ਤੋੜਦਾ ਹੋਇਆ ਇਸ ਵੇਲੇ ਮਹਾਰਾਸ਼ਟਰ ਛੱਡੋ ਪੂਰੇ ਸੰਸਾਰ ਦੇ ਵਿੱਚ ਘੁੰਮਦਾ ਫਿਰਦਾ। ਜੀ ਜੀ, ਅਗਲੀ ਗੱਲ ਕਰੀਏ ਰਾਜਾ ਵੜਿੰਗ ਦੀ। ਕਹਿੰਦੇ ਸੁਖਬੀਰ ਤੇ ਹਰਸਿਮਰਤ ਬਾਦਲ ਦੇ ਨਾਮ ਖੁੱਲੀ ਚਿੱਠੀ। ਦੇਖੋ ਰਾਜਾ ਵੜਿੰਗ ਹੈ ਨਾ ਜਿਹੜਾ, ਇਹਨਾਂ ਦੇ ਨਾਲ ਤੜੇਂਗੀ ਰਹਿੰਦਾ, ਕਿਸੇ ਨਾ ਕਿਸੇ ਪਾਸੇ ਇਹਨਾਂ ਨੂੰ ਘੇਰਾ ਪਾ ਲੈਂਦਾ ਉਹ। ਤਾਂ ਰਾਜਾ ਵੜਿੰਗ ਨੇ ਹੁਣ ਇੱਕ ਚਿੱਠੀ ਲਿਖੀ ਆ। ਚਿੱਠੀ ਦੇ ਵਿੱਚ ਉਹਨੇ ਕਮਾਲ ਦੇ ਸਵਾਲ ਕੀਤੇ। ਵੈਸੇ ਇਹਨਾਂ ਨੂੰ ਭੰਬਲ ਭੂਸੇ 'ਚ ਉਹਨੇ ਚੰਗਾ ਪਾ ਦੇਣਾ। ਉਹ ਕਹਿੰਦਾ ਕਿ ਦੇਖੋ, ਇੱਕ ਤੇ ਗੱਲ ਹੈ ਕਿ ਤੁਸੀਂ ਕਾਰੋਬਾਰੀ ਅੱਛੇ ਜੇ, ਬਿਜ਼ਨਸ ਤੁਹਾਡਾ ਪਰਿਵਾਰ ਦਾ ਵਧੀਆ ਸੈਟਲ ਆ, ਚਲੋ ਕਿਰਪਾ ਮਾਲਕ ਦੀ। ਤੇ ਪਹਿਲਾਂ ਤਾਂ ਉਹਨੇ ਹਾਲ ਚਾਲ ਪੁੱਛਿਆ ਕਿ ਮੈਂ ਉਮੀਦ ਕਰਦਾ ਕਿ ਕਰੋਨਾ ਦੇ ਮਾਮਲੇ ਦੇ ਵਿੱਚ, ਕਰੋਨਾ ਦੇ ਦੌਰ ਦੇ ਵਿੱਚ ਤੁਸੀਂ ਠੀਕ ਠਾਕ ਹੋਵੋਗੇ ਤੇ ਦੁਆਵਾਂ ਵੀ ਹੈ ਤੁਹਾਡੇ ਲਈ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਸ ਸੰਕਟ ਦੇ ਵਿੱਚ, ਯਾਨੀ ਇਸ ਕ੍ਰਾਈਸਿਸ ਦੇ ਵਿੱਚ ਆਪਣਾ ਵੱਡਪਣ ਵਿਖਾਓ ਤੇ ਆਪਣੀ ਜਿਹੜੀ ਟਰਾਂਸਪੋਰਟ ਦੇ ਕਰਮਚਾਰੀ ਆ ਉਹਨਾਂ ਨੂੰ ਤਨਖਾਹ ਤੋਂ ਕਮੀ ਤੋਟ ਨਾ ਆਉਣ ਦਿਓ। ਮਤਲਬ ਕਿ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਬੇਰੋਕ ਟੋਕ ਹੀ ਜਾਣੀ ਚਾਹੀਦੀ ਆ। ਫਿਰ ਦੂਜੀ ਗੱਲ ਉਹ ਕਹਿੰਦਾ ਕਿ ਦੇਖੋ ਗੱਲ ਇਹ ਆ ਵੀ ਜਿੱਦਾਂ ਹੁਣ ਤੁਹਾਡੇ ਕੋਲ ਬਹੁਤ ਵਧੀਆ ਹੋਟਲ ਆ, ਸੁਖ ਵਿਲਾਸ ਹੋਟਲ ਹੈਗਾ, ਤੇ ਆਪਾਂ ਕਿਉਂ ਨਾ ਇਹਦੇ ਵਿੱਚ ਲੋਕ ਕੁਆਰੰਟੀਨ ਕਰੀਏ। ਤੁਸੀਂ ਸਰਕਾਰ ਦੀ ਇਮਦਾਦ ਕਰੋ ਤੇ ਇਹਦੇ ਨਾਲ ਬਹੁਤ ਆਪਾਂ ਨੂੰ ਫਾਇਦਾ ਪਹੁੰਚੇਗਾ। ਤੇ ਤੀਜੀ ਗੱਲ ਨਾਲ ਉਹ ਇਹ ਵੀ ਕਹਿੰਦੇ ਆ ਕਿ ਦੂਸਰੀਆਂ ਜਿਹੜੀਆਂ ਤੁਹਾਡੀਆਂ ਹੋਰ ਹੈਗੀਆਂ ਸਰਵਿਸਿਸ ਆ, ਉਹ ਵੀ ਆਪਾਂ ਜੇ ਇੱਧਰ ਵਰਤੀਏ ਤੇ ਠੀਕ ਰਹੇਗਾ। ਤਾਂ ਇਸ ਤਰ੍ਹਾਂ ਉਹਨਾਂ ਨੇ ਬਹੁਤ, ਮੈਂ ਕਹੂੰਗਾ ਕਿ ਇਸ ਵੇਲੇ ਤਗੜਾ ਕਟਾਕਸ਼ ਕੀਤਾ ਇਹਨਾਂ ਦੇ। ਇੱਕ ਚਿੱਠੀ ਜਿਹੜੀ ਲਿਖੀ ਹੈ ਨਾ, ਚਿੱਠੀ ਦੇ ਵਿੱਚ, ਚਿੱਠੀ ਤੇ ਤੁਹਾਨੂੰ ਪਤਾ ਕਈ ਤਰ੍ਹਾਂ ਦੀ ਲਿਖੀ ਜਾਂਦੀ ਹੈ। ਤਾਂ ਕਈ ਵਾਰ ਚਿੱਠੀ ਜਿਹੜੀ ਹੈ ਨਾ ਉਹ ਬੰਦੇ ਨੂੰ ਬੜੀ ਚੋਟ ਲਾਉਣ ਵਾਸਤੇ ਵੀ ਲਿਖੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਦਾ ਕੇਬਲ ਦਾ ਬਿੱਲ ਵੀ ਮਾਫ਼ ਕਰ ਦਿਓ, ਉਹ ਵੀ ਤੁਹਾਡੇ ਕੋਲ ਹੀ ਹੈ ਸਾਰਾ ਕੁਛ। ਔਖਾ ਟਾਈਮ ਆ ਤੇ ਤੁਸੀਂ ਉਹ ਸਾਰਾ ਕੁਛ ਕਰੋ। ਹੁਣ ਵੈਸੇ ਇਹਨੂੰ ਵੀ ਪੁੱਛਣ ਵਾਲਾ ਹੋਵੇ ਰਾਜਾ ਵੜਿੰਗ ਨੂੰ ਕਿ ਬਿਜਲੀ ਦੇ ਬਿੱਲ ਤੁਸੀਂ ਮਾਫ਼ ਕਰ ਦਿਓ, ਚਲੋ ਕੇਬਲ ਵਾਲੇ ਉਹਨਾਂ ਨੂੰ ਕਹਿ ਦਿੰਦੇ ਕਿ ਉਹ ਮਾਫ਼ ਕਰ ਦਿੰਦੇ। ਇਸ ਤਰ੍ਹਾਂ ਚਲੋ ਕੋਈ ਮਿਡਲ ਕਲਾਸ ਨੂੰ ਵੀ ਸਹਾਰਾ ਹੋ ਜਾਊਗਾ ਤੁਹਾਡਾ ਜੀ। ਔਰ ਪਹਿਲੀ ਗੱਲ ਇਹ ਆ ਕਿ ਰਾਜਾ ਵੜਿੰਗ ਕੋਲੇ ਕਿਹੜਾ ਕੋਠੀਆਂ ਦੀ ਕਮੀ ਆ। ਆਪਣਾ ਜਦੋਂ ਇਲੈਕਸ਼ਨ ਲੜਦੇ ਆ ਤੇ ਸ਼ਹਿਰ ਦੇ ਵਿੱਚ, ਮੁਹੱਲੇ ਦੇ ਵਿੱਚ ਇਹਨਾਂ ਦੇ ਦਫ਼ਤਰ ਹੁੰਦੇ ਆ। ਉੱਥੇ ਬੰਦੇ ਠਹਿਰਾਉਣ ਵਾਸਤੇ, ਇਹਨਾਂ ਦੇ ਉੱਥੇ ਦਫ਼ਤਰ ਬਣਾਉਣ ਵਾਸਤੇ ਸਾਰਾ ਕੁਛ ਹੁੰਦਾ। ਔਰ ਇੱਥੋਂ ਤੱਕ ਕਿ ਗਡਾਊਨਾਂ ਦੇ ਵਿੱਚ ਸ਼ਰਾਬ ਰੱਖਣ ਲਈ ਵੀ ਜਗ੍ਹਾ ਹੁੰਦੀ ਇਹਨਾਂ ਦੇ ਕੋਲ, ਟਰਾਂਸਪੋਰਟ ਕਰਨ ਲਈ ਵੀ ਵਹੀਕਲ ਹੁੰਦੇ ਆ। ਤਾਂ ਕਿ ਉਹ ਸਾਰਾ ਕੁਛ ਹੁਣ ਨਹੀਂ ਵਰਤਿਆ ਜਾ ਸਕਦਾ। ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਹਿੰਦੇ ਆ ਤੇ ਕਾਂਗਰਸੀ ਵੀ ਬਹੁਤ ਵੱਡੇ ਕਾਰੋਬਾਰੀ ਆ। ਕੋਈ ਰਾਣਾ ਹੈ, ਕੋਈ ਰਾਜਾ ਹੈ, ਕੋਈ ਸੋਢੀ ਹੈ, ਫਲਾਣਾ ਟਮਕਾਣਾ, ਬੈਕਗਰਾਉਂਡ ਉਹਨਾਂ ਦੀ ਵੀ ਵੇਖੋ। ਉਹਨਾਂ ਨੂੰ ਵੀ ਚਿੱਠੀ ਲਿਖ ਦਿਓ ਕਿ ਹਾਂ ਭਾਈ ਤੁਸੀਂ ਕੀ ਕਰਦੇ, ਤੁਸੀਂ ਕੀ ਕੀਤਾ। ਸਾਰਿਆਂ ਨੂੰ ਲਿਖੋ ਚਿੱਠੀ, ਸਾਰਿਆਂ ਦੇ ਨਾਮ ਤੇ ਲਿਖਣੀ ਚਾਹੀਦੀ ਆ ਕਿ ਹਾਂ ਭਾਈ ਜਿਹਦੇ ਕੋਲ ਸਰਮਾਇਆ ਹੈਗਾ, ਜਿਹਦੇ ਕੋਲ ਜਿਹੜੇ ਵਸੀਲੇ ਹੈਗੇ ਆ ਉਹ ਦਿਓ। ਪਰ ਤੁਸੀਂ ਦੇਣਾ ਕੀ ਆ? ਤੁਸੀਂ ਤੇ ਤਨਖਾਹ ਦੇ ਮਾਮਲੇ 'ਚ ਵੀ ਹੇਰਾਫੇਰੀ ਕਰੀ ਜਾਂਦੇ ਹੋ ਕਿ ਅਸੀਂ ਤਨਖਾਹ ਦੇਤੀ ਜੀ, ਤਨਖਾਹ ਦੇਤੀ। ਉਹਨਾਂ ਦੇ ਵਿੱਚੋਂ ਵੀ 10-15 ਜਣਿਆਂ ਨੇ ਤਨਖਾਹ ਦਿੱਤੀ ਹੈ। ਤਨਖਾਹ ਜਿਹੜੀ ਉਹ ਬੇਸਿਕ ਪੇ ਦਿੱਤੀ ਆ। ਤੁਹਾਨੂੰ ਮੈਂ ਦੱਸਿਆ ਨਾ ਬੇਸਿਕ ਸੈਲਰੀ ਦਾ ਕੀ ਫੰਡਾ ਕਿ 25,000 ਦੇ ਕੇ ਤੇ 90,000 ਇਨਕਮ ਟੈਕਸ ਸਾਲ ਦਾ ਜਿਹੜਾ ਉਹ ਲੋਕਾਂ ਤੋਂ ਲੈ ਲੈਣਾ। ਤਾਂ ਕਾਹਦਾ ਇਹਦੇ ਕੱਛੇ ਮਾਰ ਕੇ ਹੈਰਨ ਸੂਈ ਦਾ ਕਰਨਾ ਦਾਨ। ਸੋ ਚਿੱਠੀ ਜ਼ਰੂਰ ਇਹਨਾਂ ਨੇ ਲਿਖੀ ਆ। ਇੱਕ ਸਿਆਸੀ ਕਟਾਕਸ਼ ਕਹਿ ਲਓ, ਇੱਕ ਸਿਆਸੀ ਘੇਰਾਬੰਦੀ ਜ਼ਰੂਰ ਕਹਿ ਲਓ, ਪਰ ਅਸਲ ਦੇ ਵਿੱਚ ਇਹ ਨਹੀਂ ਹੈ ਕਿ ਇਹ ਚਿੱਠੀ ਜਿਹੜੀ ਆ ਉਹ ਸਾਰਿਆਂ ਲਈ ਇੱਕਸਾਰ ਆ। ਸਿਰਫ ਤੇ ਸਿਰਫ ਆਪਣੇ ਸਿਆਸੀ ਵਿਰੋਧੀਆਂ ਲਈ ਆ। ਆਪਣੀ ਸਰਕਾਰ ਵਾਸਤੇ, ਆਪਣੇ ਸਾਥੀਆਂ ਵਾਸਤੇ ਵੀ ਚਿੱਠੀ ਇਹਨਾਂ ਨੂੰ ਜ਼ਰੂਰ ਲਿਖਣੀ ਚਾਹੀਦੀ ਆ। ਜੀ ਜੀ, ਅਗਲੀ ਗੱਲ ਕਰੀਏ ਜਫਰਨਾਮਾ ਕਰਕੇ ਕਹਿੰਦੇ ਸਤਿੰਦਰ ਸਰਤਾਜ ਦੀਆਂ ਸ਼ਾਇਦ ਵੱਧ ਸਕਦੀਆਂ ਨੇ ਮੁਸ਼ਕਿਲਾਂ। ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਇਹ ਗਾਇਕਾਂ ਤੇ ਹਨੇਰੀ ਜੀ ਝੁੱਲਦੀ ਆ। ਆਪਾਂ ਪਿੱਛੇ ਵੀ ਵੇਖਿਆ ਨਾ ਜਦੋਂ ਗੁਰਦਾਸ ਮਾਨ ਕੇ ਐਸ ਮੱਖਣ ਪਤਾ ਨਹੀਂ ਕਿਹੜੇ ਰਗੜੇ ਗਏ ਸਨ, ਤਾਂ ਯਕਦਮ ਕਿ ਰਾਜਾ ਪੈ ਜਾਂਦਾ। ਕਲਾਕਾਰਾਂ ਨੂੰ ਪਤਾ ਨਹੀਂ ਕੀ ਚੱਕਰ ਆ। ਉਹ ਰਣਜੀਤ ਬਾਵਾ
ਮੁੰਡੇ ਦਾ ਨਾਮ ਹੈ ਸ਼ਾਇਦ, ਤਾਂ ਉਹ ਘਿਰ ਗਿਆ। ਉਸ ਤੋਂ ਬਾਅਦ ਉਹਨੇ ਮਾਫੀ ਮੰਗੀ ਆ। ਉਹ ਵੀ ਭਾਵਨਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੋਮਲ ਜਿਆਦੀਆਂ ਭੜਕ ਜਾਂਦੀਆਂ, ਤਾਂ ਗੀਤ ਨੂੰ ਸੁਣੇ ਬਗੈਰ, ਸ਼ਬਦਾਵਲੀ ਨੂੰ ਚਿੱਠੇ ਬਗੈਰ ਕੀ ਮਾਇਨੇ ਨਿਕਲਦੇ ਆ, ਕੀ ਅਰਥ ਨਿਕਲਦੇ ਆ, ਕੀ ਹਾਲਾਤ ਨੇ, ਉਹ ਸਭ ਡਿਸਕੋਰਸ ਵਿੱਚ ਲਿਆਉਣ ਦੀ ਥਾਂ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਚੱਕ ਲਿਆ ਜਾਂਦੇ ਆ ਹਥਿਆਰ, ਫਿਰ ਆਪੋ ਆਪਣੇ ਟੋਲ ਜਿਹੜੇ ਕਰਦੇ ਆ। ਕਈ ਵਾਰ ਕਲਾਕਾਰ ਦੱਸ ਜਾਂਦੇ, ਉਹਨੇ ਤੇ ਮਾਫੀ ਮੰਗ ਲਈ ਆ। ਮੂਸੇ ਵਾਲੇ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੀ ਆ, ਹਾਲੇ ਉਹ ਘੋੜੇ ਭਜਾਏ ਜਾ ਰਹੇ ਆ, ਉਹਦਾ ਨਤੀਜਾ ਪਤਾ ਨਹੀਂ ਕੀ ਨਿਕਲੇਗਾ। ਇਸ ਦਰਮਿਆਨ ਸਤਿੰਦਰ ਸਰਤਾਜ ਦੀਆਂ ਮੁਸ਼ਕਿਲਾਂ ਇਸ ਕਰਕੇ ਵੱਧ ਗਈਆਂ ਕਿਉਂਕਿ ਇਹਨਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜ ਗਿਆ। ਤਾਂ ਪ੍ਰੋਫੈਸਰ ਸਰਚਾਂਦ ਸਿੰਘ ਜੀ ਤੁਹਾਨੂੰ ਪਤਾ ਹੀ, ਉਹ ਇਹਨਾਂ ਕੰਮਾਂ ਲਈ ਸ਼ਾਇਦ ਅੱਜ ਕੱਲ੍ਹ ਜ਼ਿਆਦਾ ਫਰੀ ਨੇ। ਉਹ ਇਸ ਤਰ੍ਹਾਂ ਦੇ ਮੰਗ ਪੱਤਰ ਬਹੁਤ ਦਿੰਦੇ ਰਹਿੰਦੇ ਆ ਕਿ ਇਹਦੇ ਤੇ ਕਾਰਵਾਈ ਕਰੋ, ਇਹਦੇ ਤੇ ਕਾਰਵਾਈ ਕਰੋ। ਤਾਂ ਉਹਨਾਂ ਨੇ ਤੇ ਜਿਹੜੇ ਕੁਛ ਹੋਰ ਹੈਗੇ ਆ ਅਜੈਬ ਸਿੰਘ ਅਭਿਆਸੀ ਵਰਗੇ, ਤਾਂ ਇਹਨਾਂ ਨੇ ਜਾ ਕੇ ਸੰਯੁਕਤ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਮੰਗ ਪੱਤਰ ਦਿੱਤਾ। ਮਾਮਲਾ ਕੀ ਹੈ, ਇਹ ਕਹਿੰਦੇ ਆ ਕਿ ਜੋ ਸ਼ਬਦ ਉਚਾਰਨ ਹੋਇਆ ਜਫਰਨਾਮਾ ਦੇ ਵਿੱਚ, ਜੋ ਤੁਹਾਨੂੰ ਪਤਾ ਹੀ ਹੈ ਨਾ ਸਤਿੰਦਰ ਸਰਤਾਜ ਨੇ ਗਾਇਆ, ਤਾਂ ਉਹ ਕਹਿੰਦੇ ਕਿ ਉਹਦਾ ਸ਼ੁੱਧ ਉਚਾਰਨ ਨਹੀਂ ਹੋਇਆ, ਮਤਲਬ ਕਿ ਉਹਦੀਆਂ ਲੋੜੀਂਦੀਆਂ ਸੋਧ ਕਰ ਗੁਰਮਤ ਅਨੁਸਾਰੀ ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਦਿੱਤੀ ਜਾਵੇ, ਮਤਲਬ ਕਿ ਉਹ ਵਾਪਸ ਲਿਆ ਜਾਵੇ ਤਾਂ ਸ਼ੁੱਧ ਉਚਾਰਨ ਦੇ ਨਾਲ ਦੁਬਾਰਾ ਰਿਕਾਰਡਿੰਗ ਕਰਾਈ ਜਾਵੇ। ਤਾਂ ਫਿਰ ਸਤਿੰਦਰ ਸਰਤਾਜ ਜਿਹੜਾ ਉਹ ਜਫਰਨਾਮਾ ਮਤਲਬ ਕਿ ਆਪਣਾ ਜਿਹੜਾ ਲੋਕਾਂ ਤੱਕ ਪਹੁੰਚਾਵੇ। ਸੋ ਇਹ ਮੰਗ ਹੈ, ਮੇਨ ਇਹ ਮੰਗ ਹੈ। ਹੋਰ ਵੀ ਸ਼ਬਦ ਤੁਹਾਨੂੰ ਪਤਾ ਹੀ ਆ, ਜਦੋਂ ਇਸ ਤਰ੍ਹਾਂ ਦੀ ਮੰਗ ਰੱਖੀ ਜਾਂਦੀ ਹੈ ਤੇ ਕਈ ਹੋਰ ਚੀਜ਼ਾਂ ਵੀ ਕਹੀਆਂ ਜਾਂਦੀਆਂ, ਨਾਲ ਜੋੜੀਆਂ ਜਾਂਦੀਆਂ। ਤਾਂ ਇਹ ਮਾਮਲਾ ਇੱਕ ਇੰਟਲੈਕਚੁਅਲ ਨੇ ਕੱਢਿਆ ਸੀਗਾ, ਨੌਜਵਾਨ ਸਿੱਖ ਇੰਟਲੈਕਚੁਅਲ ਆ, ਉਹਨੇ ਮਾਮਲਾ ਕੱਢਿਆ ਸੀਗਾ। ਉਹਨੇ ਆਪਣੇ ਹਵਾਲਿਆਂ ਦੇ ਆਧਾਰ ਤੇ ਦੱਸਿਆ ਸੀਗਾ ਕਿ ਮੇਰੇ ਖਿਆਲ ਦੇ ਨਾਲ, ਮੈਂ ਛੋਟੀ ਜਿਹੀ ਇੰਟਰਵਿਊ ਥੋੜੀ ਜਿਹੀ ਦੇਖੀ ਸੀਗੀ, ਉਹਨੇ 100 ਜਾਂ 200 ਗਲਤੀਆਂ ਕਹੀਆਂ ਸੀਗੀਆਂ ਕਿ ਇਹਦੇ ਵਿੱਚ ਹੈ ਉਚਾਰਨ ਦੇ ਵਿੱਚ। ਦੇਖੋ ਗੱਲ ਤੇ ਇੱਕ ਇਹ ਆ, ਇਹ ਸੱਚ ਆ ਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਾਂ ਦੇਖਦੇ ਹਾਂ ਸਿੱਖ ਮਰਿਆਦਾ, ਉਹਦੇ ਵਿੱਚ ਗਲਤ ਉਚਾਰਨ ਨੂੰ ਬਹੁਤ ਗਲਤ ਮੰਨਿਆ ਜਾਂਦਾ ਹੈ। ਗੁਰਬਾਣੀ ਜਾਂ ਹੋਰ ਕੋਈ ਵੀ ਚੀਜ਼ ਜੁੜੀ ਹੈ ਤਾਂ ਗਲਤ ਉਚਾਰਨ ਨੂੰ ਇੱਕ ਬੱਜਰ ਗਲਤੀ ਮੰਨਿਆ ਜਾਂਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਗੱਲ ਇਹ ਹੈ ਕਿ ਉਹ ਫਾਰਸੀ ਹੈ, ਸਭ ਨੂੰ ਪਤਾ ਹੀ ਹੈ ਫਾਰਸੀ ਉਚਾਰਨ ਐਡਾ ਸੌਖਾ ਵੀ ਨਹੀਂ ਹੈ। ਸਤਿੰਦਰ ਸਰਤਾਜ ਨੇ ਚਲੋ ਜੋ ਕੀਤਾ, ਹੁਣ ਮੈਨੂੰ ਨਹੀਂ ਪਤਾ, ਕਿਉਂਕਿ ਪਹਿਲੀ ਗੱਲ ਤੇ ਇਹ ਕਿ ਸਤਿੰਦਰ ਸਰਤਾਜ ਤੋਂ ਜਵਾਬ ਆਉਣਾ ਜ਼ਰੂਰੀ ਆ ਕਿ ਸਤਿੰਦਰ ਸਰਤਾਜ ਕੀ ਜਵਾਬ ਦਿੰਦਾ ਹੈ। ਉਹ ਵੀ ਇੰਟਲੈਕਚੁਅਲ ਬੰਦਾ ਜਵਾਬ ਜ਼ਰੂਰ ਦੇਊਗਾ। ਦੂਜੀ ਗੱਲ, ਇਹਦਾ ਫੈਸਲਾ ਤੁਸੀਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਕੁਛ ਨਹੀਂ ਹੈ ਫਾਰਸੀ 'ਚ ਕੀ ਲਿਖਿਆ। ਉਹ ਤੇ ਉਹੀ ਬੰਦਾ ਜਿਹੜਾ ਮੁਹਾਰਤ ਰੱਖਦਾ, ਤਾਂ ਜਿਹੜਾ ਵੀ ਬੰਦਾ ਮੁਹਾਰਤ ਰੱਖਦਾ ਉਹਨੂੰ ਵਿੱਚ ਪਾਉਣਾ ਚਾਹੀਦਾ, ਵਿੱਚ ਪਾਉਣਾ ਚਾਹੀਦਾ ਕਿ ਹਾਂ ਕੀ ਬਈ ਉਚਾਰਨ ਦੇ ਵਿੱਚ ਗਲਤੀਆਂ ਹੈਗੀਆਂ। ਜੇ ਲੋੜ ਪੈਂਦੀ ਹੈ, ਸਤਿੰਦਰ ਸਰਤਾਜ ਜਿੰਨਾ ਕੁ ਮੈਂ ਜਾਣਦਾ ਸਮਝਦਾ ਕਿ ਸਤਿੰਦਰ ਸਰਤਾਜ ਕਦੇ ਭੱਜੇਗਾ ਨਹੀਂ, ਕਦੇ ਮੁਨਕਰ ਨਹੀਂ ਹੋਏਗਾ ਉਸ ਚੀਜ਼ ਤੋਂ। ਜੇ ਦੁਬਾਰਾ ਵੀ ਰਿਕਾਰਡਿੰਗ ਕਰਨੀ ਪਈ ਉਹ ਕਰ ਦੂਗਾ, ਉਹਨੂੰ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਹੈ। ਰਿਕਾਰਡਿੰਗ ਤੇ ਜੇ ਕੋਈ 4 ਲੱਖ ਫੇਰ ਲਾਉਣਾ ਪਿਆ ਲਾ ਦੂਗਾ, ਕੋਈ ਸਮੱਸਿਆ ਨਹੀਂ। ਪਰ ਮੇਰੇ ਖਿਆਲ ਦੇ ਨਾਲ ਇੱਕ ਮਾਹਰ ਬੰਦਾ ਵਿੱਚ ਬਿਠਾਉਣਾ ਜ਼ਰੂਰ ਚਾਹੀਦਾ, ਚਾਹੇ ਕੋਈ ਕਮੇਟੀ ਦੇ ਰੂਪ ਦੇ ਵਿੱਚ ਹੋਵੇ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਕਿ ਮੇਰੇ ਖਿਆਲ ਦੇ ਨਾਲ ਜਿਹੜੇ ਭਾਈ ਸਾਹਿਬ ਗਏ ਆ, ਪਤਾ ਨਹੀਂ ਹੁਣ ਇਹ ਫਾਰਸੀ ਬਾਰੇ ਕਿੰਨਾ ਕੁ ਗਿਆਨ ਰੱਖਦੇ ਆ, ਪਰ ਮੇਰੇ ਖਿਆਲ ਦੇ ਨਾਲ ਬਹੁਤੇ ਸਿੱਖ ਵੀ ਫਾਰਸੀ ਬਾਰੇ ਬਹੁਤਾ ਗਿਆਨ ਨਹੀਂ ਰੱਖਦੇ। ਐਵੇਂ ਗਿਆਨ ਵੰਡਣ ਦੀ ਥਾਂ ਤੇ ਇਸ ਚੀਜ਼ ਨੂੰ ਵਧਾਉਣਾ ਨਹੀਂ ਚਾਹੀਦਾ। ਮੇਰੀ ਇੱਕ ਗੱਲ ਜਿਹੜੀ ਆ ਧਿਆਨ ਨਾਲ ਸੁਣ ਲਿਓ, ਜੋ ਮਰਜ਼ੀ ਤੁਹਾਡਾ ਪੁਆਇੰਟ ਆਫ ਵਿਊ ਹੋਵੇ, ਏਡੇ ਵੱਡੇ ਕਲਾਕਾਰ ਨੇ, ਤੁਸੀਂ ਮੁੜ ਕੇ ਉਲਾਂਭਾ ਦਿੰਦੇ ਹੋ ਕਿ ਫਿਲਮਾਂ ਨਹੀਂ ਬਣਦੀਆਂ ਸਿੱਖ ਇਤਿਹਾਸ ਤੇ, ਸਿੱਖ ਇਤਿਹਾਸ ਨੂੰ ਇਹ ਪ੍ਰਮੋਟ ਨਹੀਂ ਕਰਦੇ। ਅੱਜ ਏਡੇ ਵੱਡੇ ਸਿੰਗਰ ਨੇ ਤੁਹਾਡੇ ਜ਼ਫਰਨਾਮੇ ਨੂੰ ਕਿੱਥੇ ਪਹੁੰਚਾ ਦਿੱਤਾ, ਅੱਜ ਦੀ ਪੀੜ੍ਹੀ ਤੱਕ ਪਹੁੰਚਾ ਦਿੱਤਾ। ਸੱਚ ਜਾਣੋ, ਅੱਜ ਦੀ ਪੀੜ੍ਹੀ ਨੂੰ ਸ਼ਾਇਦ ਨਾ ਹੀ ਪਤਾ ਹੁੰਦਾ, ਪਰ ਇਹ ਸੋ ਗਾਣੇ ਤੋਂ ਬਾਅਦ ਜਾਂ ਜਿੱਦਾਂ ਇਸ ਗਾਣ ਤੋਂ ਬਾਅਦ, ਉਚਾਰਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਅੱਜ ਦੀ ਜਿਹੜੀ ਜਨਰੇਸ਼ਨ ਉਹਦੇ ਤੱਕ ਪਹੁੰਚਿਆ। ਜੇ ਕੋਈ ਜ਼ਿਆਦਾ ਦਬਾਅ ਬਣਾਓਗੇ, ਕੱਲ ਨੂੰ ਕੋਈ ਵੱਡਾ ਕਲਾਕਾਰ ਇਹਨਾਂ ਵਿਵਾਦਾਂ 'ਚ ਪੈਣ ਤੋਂ ਤੌਬਾ ਕਰ ਜੂਗਾ। ਬਾਬਾ ਕਿੱਦਾਂ ਹੁਣ ਗੀਤ ਗਾ ਜੂ, ਮੈਨੂੰ ਨਹੀਂ ਲੱਗਦਾ ਜਲਦੀ ਗਾ ਜੂਗਾ। ਆਪਣੀ ਜਾਨ ਛਡਾ ਕੇ ਉਹਨੂੰ ਪਤਾ ਕੱਲ ਨੂੰ ਪ੍ਰੋਗਰਾਮ ਲਾਉਣੇ ਆ। ਸਤਿੰਦਰ ਸਰਤਾਜ ਨੂੰ ਜੇ ਬਹੁਤਾ ਘੇਰੋਗੇ, ਕੱਲ ਨੂੰ ਲੈ ਕੇ ਡਲੇ ਉਹਦੇ ਮਗਰ ਲੱਗ ਜਾਓਗੇ, ਕੋਈ ਬਹੁਤਾ ਵੱਡਾ ਕਲਾਕਾਰ ਫਿਰ ਤੁਹਾਡੇ ਇਸ ਤਰ੍ਹਾਂ ਦੇ ਧਾਰਮਿਕ ਲਿਟਰੇਚਰ ਨੂੰ ਹੱਥ ਨਹੀਂ ਪਾਊਗਾ। ਇਹ ਗੱਲ ਸੋਚ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ। ਕਮੇਟੀ ਬਿਠਾ ਲਓ, ਕਮੇਟੀ ਬਣਾ ਲਓ, ਵਿੱਚ ਬੰਦਾ ਜਿਹੜਾ ਮੁਹਾਰਤ ਰੱਖਦਾ ਉਹਨੂੰ ਪਾ ਲਓ, ਇਹ ਬਿਹਤਰ ਹੋਏਗਾ। ਜੇ ਕੋਈ ਵਿਵਾਦ ਆ ਤਾਂ ਇਸ ਤਰ੍ਹਾਂ ਨਿਬੇੜਿਆ ਜਾਣਾ ਚਾਹੀਦਾ। ਬਹੁਤਾ ਵਿਵਾਦ ਨੂੰ ਤੂਲ ਦਿਓਗੇ ਤਾਂ ਫਿਰ ਨੁਕਸਾਨ ਹੈ ਜਿਹੜਾ ਉਸੇ ਚੀਜ਼ ਦਾ ਹੋਏਗਾ ਜਿਹੜਾ ਨੁਕਸਾਨ ਅੱਗੇ ਤੁਸੀਂ ਹਟਾ ਰਹੇ ਹੋ। ਜੀ ਬਿਲਕੁਲ, ਅਜੇ ਤੱਕ ਬਿਲਕੁਲ ਸਹੀ ਗੱਲ ਆ ਵੀ ਕਿਸੇ ਨੇ ਕੋਈ ਇਸ ਗੱਲੋਂ ਹੀ ਜਿਹੜਾ ਉਹ ਪੜ੍ਹਦਾ ਨਹੀਂ ਵੀ ਪਤਾ ਨਹੀਂ ਗਲਤ ਨਾ ਹੋ ਜਾਵੇ, ਅਤੇ ਹੁਣ ਜਦੋਂ ਕੋਈ ਟਰਾਈ ਕਰ ਰਿਹਾ ਉਸ ਨੂੰ ਹੱਲਾਸ਼ੇਰੀ ਦੇ ਕੇ, ਅਤੇ ਚਲੋ ਜਿੱਥੇ ਗਲਤੀਆਂ ਆ ਉਸ ਨੂੰ ਠੀਕ ਵੀ ਜਿਹੜਾ ਕਰਨਾ ਉਹ ਜ਼ਰੂਰੀ ਹੁੰਦਾ ਆ, ਪਰ
ਉਹ ਵੀ ਖੁਦ ਆਖਦਾ ਹੈ ਵੀ ਮੈਂ ਬਹੁਤ ਜਿਹੜੇ ਪਰਸ਼ੀਅਨ ਫਾਰਸੀ ਜਿਹੜੇ ਬੋਲਣ ਵਾਲੇ ਉਹਨਾਂ ਦੇ ਨਾਲ ਪਰਸ਼ੀਅਨ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਵੀ ਸੁਣਨ ਨੂੰ ਮਿਲਦੀਆਂ ਨੇ। ਸੋ ਜਾਂ ਜਿਹੜੇ ਭਾਈ ਸਾਹਿਬ ਕਹਿ ਰਹੇ ਨੇ ਉਹ ਖੁਦ ਜਿਹੜਾ ਇੱਕ ਵਾਰੀ ਉਚਾਰਨ ਕਰਕੇ ਦੱਸਣ ਫਿਰ ਸਭ ਕੁਝ ਠੀਕ ਕਿਸ ਤਰੀਕੇ ਦੇ ਨਾਲ ਹੈਗਾ ਤਾਂ ਜੋ ਲੋਕਾਂ ਨੂੰ ਜਿਹੜਾ ਸਹੀ ਦਾ ਵੀ ਫਿਰ ਪਤਾ ਲੱਗ ਸਕੇ। ਹਾਂ ਬਿਲਕੁਲ ਬਿਲਕੁਲ, ਇਹ ਜ਼ਰੂਰੀ। ਮੈਂ ਇਹੀ ਕਹਿ ਰਿਹਾ ਕਿ ਜਿਹਨੂੰ ਮੁਹਾਰਤ ਆ ਉਹੀ ਇੱਕ ਚਰਚਾ ਕਰ ਲੈਣ, ਕਿਉਂਕਿ ਦੂਜੇ ਬੰਦੇ ਦੀ ਤਾਂ ਸਮਝ 'ਚ ਇਹ ਚੀਜ਼ਾਂ ਨਹੀਂ ਆਉਣਗੀਆਂ, ਤਾਂ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇ। ਠੀਕ ਆ, ਰਿਕਾਰਡਿੰਗ ਦਾ ਕੀ, ਰਿਕਾਰਡਿੰਗ ਦੁਬਾਰਾ ਹੋ ਜਾਏਗੀ, ਐਸੀ ਗੱਲ ਨਹੀਂ ਹੈ। ਸਿੰਦਰ ਸਰਤਾਜ 'ਚ ਜੇ ਗਲਤੀ ਹੋਈ ਮੰਨ ਵੀ ਲਊਗਾ, ਜਿੰਨਾ ਕੁ ਆਪਾਂ ਜਾਣਦੇ ਸਮਝਦੇ ਹਾਂ। ਤਾਂ ਇਹ ਚੀਜ਼ ਨੂੰ ਜੇ ਤੁਸੀਂ ਮਤਲਬ ਕਿ ਬਿਨਾਂ ਸੋਚੇ ਸਮਝੇ ਵਧਾਓਗੇ, ਪ੍ਰੈਸ਼ਰਾਈਜ਼ ਕਰੋਗੇ, ਠੀਕ ਹੈ, ਬੰਦਾ ਮਾਫੀ ਵੀ ਮੰਗ ਲੂ। ਕਲਾਕਾਰ ਦਾ ਕੀ ਹੈ, ਜਿੱਥੇ ਮਰਜ਼ੀ ਉਹਨੂੰ ਉਡਾ ਲਓ, ਮਾਫੀ ਵੀ ਮੰਗ ਜਾਊਗਾ, ਰਿਕਾਰਡਿੰਗ ਵੀ ਡਿਲੀਟ ਕਰ ਜੂਗਾ, ਸਾਰਾ ਕੁਝ ਕਰ ਜੂਗਾ। ਪਰ ਗਾਹ ਤੋਂ ਕੀ ਹੈ ਕਿ ਬੰਦੇ, ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਇੱਕ ਬਹੁਤ ਵੱਡਾ ਫਿਲਮ ਪ੍ਰੋਡਿਊਸਰ ਹੈ, ਡਾਇਰੈਕਟਰ ਵੀ ਹੈ ਬੰਦਾ, ਉਹਨੇ ਫਿਲਮਾਂ ਵੀ ਬਣਾਈਆਂ, ਉਹਦੀਆਂ ਫਿਲਮਾਂ ਵਿਚਾਰੇ ਦੀਆਂ ਫਸੀਆਂ ਵੀ, ਪਰ SGPC ਨੇ ਐਸਾ ਉਲਝਾਇਆ ਜਿੱਦਾਂ ਪਰਮਿਸ਼ਨ ਵਗੈਰਾ ਤੋਂ ਕੁਝ ਉਹਦੇ ਪ੍ਰੋਜੈਕਟ ਸਨ, ਉਸ ਤੋਂ ਬਾਅਦ ਉਹ ਤੌਬਾ ਹੀ ਕਰ ਗਿਆ ਬੰਦਾ। ਇੱਕ ਤਾਂ ਫਿਲਮਾਂ ਉਹਦੀਆਂ ਸੈਂਸਰ ਬੋਰਡ 'ਚ ਫਸ ਗਈ, ਇੱਕ ਫਿਲਮ ਲਈ ਇਹਨਾਂ ਨੇ ਲਮਕਾਇਆ ਬਹੁਤ, ਜਾਨੀ ਮਨਜ਼ੂਰੀ ਇਹਦੇ ਤੋਂ ਉਹਦੇ ਤੋਂ, ਤੇ ਜਿਹੜੇ ਆਪਣੇ ਬੰਦੇ ਉਹਨਾਂ ਤੋਂ ਮਨਜ਼ੂਰੀ ਮਿਲ ਜਾਂਦੀ। ਜਾਨੀ ਉਹ ਫਿਰ ਚੀਜ਼ਾਂ ਜਿਹੜੀਆਂ ਜਦੋਂ ਬੰਦੇ ਦੇ ਹੱਡੀ ਹੱਡ ਜਾਂਦੀ ਹੈ ਇੱਕ ਵਾਰੀ, ਉਹ ਤੌਬਾ ਕਰ ਜਾਂਦਾ ਇਹਨਾਂ ਚੀਜ਼ਾਂ ਤੋਂ। ਔਰ ਜਦੋਂ ਉਹ ਤੌਬਾ ਕਰਦਾ, ਉਸ ਇੰਡਸਟਰੀ ਦੇ ਨਾਲ ਜੁੜਿਆ ਜਿਹੜਾ ਵੀ ਆਰਟਿਸਟ ਆ, ਫਿਰ ਉਹ ਵੀ ਆਪਣੇ ਜ਼ਿਹਨ 'ਚ ਬਿਠਾ ਲੈਂਦਾ ਕਿ ਨਹੀਂ ਯਾਰ, ਜੇ ਇਸ ਮਾਮਲੇ ਦੇ ਵਿੱਚ ਹੱਥ ਅਜ਼ਮਾਈ ਕੀਤੀ ਤੇ ਕਿਤੇ ਇਹ ਨਾ ਹੋਵੇ ਕਿ ਜਿਹੜੇ ਹੱਥਾਂ ਦੀ ਕਿਰਤ ਕਰਦੇ ਉਹ ਵੀ ਹੱਥ ਟੁੱਟ ਜਾਣਾ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਭਾਜਪਾ ਆਗੂ ਤੇ ਸਰਕਾਰੀ ਅਧਿਆਪਕ ਦੇ ਪਤੀ ਸਮੇਤ 4 ਜਣੇ ਜੂਆ ਖੇਡਦੇ ਫੜੇ। ਤੋਬਾ ਤੋਬਾ ਤੋਬਾ, ਇਹ ਤਾਂ ਬਹੁਤ ਘਾਟੇ ਵਾਲਾ ਕੰਮ ਹੋ ਗਿਆ, ਕਿਉਂਕਿ ਜੇ ਆਪਾਂ ਕਹੀਏ ਤਾਂ ਫਿਰ ਜਿੱਦਾਂ ਉਹ ਇੱਕ ਇਕਨੋਮਿਕ ਵਾਰੀਅਰਸ ਗਿਣੇ ਜਾ ਰਹੇ ਆ ਜਿਹੜੇ ਸ਼ਰਾਬੀ ਆ, ਤੇ ਇਹ ਵੀ ਉਹਨਾਂ ਦੇ ਨਾਲ ਦੀ ਹੈ। ਸ਼ਾਇਦ ਹੋ ਸਕਦਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਵੀ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚ ਦੇਣਾ ਹੋਵੇ ਭਾਜਪਾ ਵਾਲਿਆਂ ਨੇ, ਤਾਂ ਹੀ ਇਹ ਕੰਮ ਕਰਦੇ ਪਏ ਆ ਕਿ ਦਵਾ ਦਵ ਪੈਸਾ ਹੁੰਝਿਆ ਜਾਵੇ, ਇਕੱਠਾ ਕੀਤਾ ਜਾਵੇ, ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚ ਪਾਇਆ ਜਾਵੇ, ਉਸ ਤੋਂ ਬਾਅਦ ਫਿਰ ਜਹਾਜ਼ ਚਲਾਏ ਜਾਣਗੇ, ਪੁਲਿਸ ਬਰਸਾਏ ਜਾਣਗੇ। ਸ਼ਾਇਦ ਇਸੇ ਸਕੀਮ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਸੀਗਾ। ਤੇ ਘਟਨਾ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਫਗਵਾੜਾ ਦੇ ਨਜ਼ਦੀਕ ਦੀ ਆ, ਤੇ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਕੋਈ ਆਗੂ ਅਤੇ ਸਰਕਾਰੀ ਅਧਿਆਪਕ ਦਾ ਕੋਈ ਪਤੀ, ਇਸ ਤਰ੍ਹਾਂ ਕਾਫੀ ਜੁੰਡਲੀ ਸੀਗੀ ਜਿਹੜੀ 4-5 ਜਣੇ ਜਿਹੜੇ ਆ ਮੋਟਾ ਜੂਆ ਖੇਡਦੇ ਪਏ ਸਨ ਹਜ਼ਾਰਾਂ ਵਾਲਾ, ਤਾਂ ਉਹ ਪੁਲਿਸ ਨੇ ਰੇਡ ਮਾਰ ਕੇ ਗ੍ਰਿਫਤਾਰ ਕੀਤੇ ਆ। ਤਾਂ ਦੇਖੋ ਲੋਕ ਜਿਹੜੇ ਆ ਉਹ ਤੇ ਘਰਾਂ 'ਚ ਬੈਠੇ ਦਿਨ ਗਿਣਦੇ ਪਏ ਆ, ਪਲ ਗਿਣਦੇ ਪਏ ਆ ਕਿ ਕਦੋਂ ਮੁਕਤੀ ਹੋਵੇ ਕਰੋਨਾ ਤੋਂ, ਤਾਂ ਇਹ ਉੱਥੇ ਜੂਆ ਖੇਡਣ ਡਏ ਆ, ਇਹ ਉੱਥੇ ਤਾਸ਼ਾਂ ਖੇਡਣ ਡਏ ਆ। ਪਰ ਇਹ ਸਭ ਕੁਝ ਚੱਲਦਾ ਪਿਆ ਥਾਣੇ ਦੇ ਵਿੱਚ। ਦੇਖੋ ਨਾ, ਸ਼ਹਿਰੀ ਮਾਨ ਦਾ ਗਾਣਾ ਚੱਲਦਾ ਪਿਆ ਕਿ ਉਹ ਮੈਨੂੰ ਕਹਿੰਦੀ ਬਰਥਡੇ ਤੇ ਕੀ ਲੈਂਗਾ, ਮੈਂ ਆਖਿਆ ਪੇਟੀ ਦੇਸੀ ਦਾਰੂ ਦੀ, ਪਤਾ ਨਹੀਂ ਕੁਛ ਇਸ ਤਰ੍ਹਾਂ ਦਾ ਗਾਣਾ ਚੱਲ ਰਿਹਾ ਥਾਣੇ ਦੇ ਵਿੱਚ। ਉਹਦੇ ਤੇ ਨਾਚ ਕੀਤਾ ਜਾ ਰਿਹਾ ਵਾ ਭੀੜ ਬਣਾ ਕੇ। ਹਾਲਾਂਕਿ ਮੈਂ ਸਮਝਦਾ ਕਿ ਪੁਲਿਸ ਦਾ ਕੋਈ ਇਹ ਨਹੀਂ ਹੈ ਕਿ ਨੱਚਣ ਦਾ ਸਾਰਾ ਕੀੜਾ ਮਰ ਜਾਣਾ ਚਾਹੀਦਾ, ਪਰ ਇਹ ਦੇਖੋ ਕਿ ਜਿਹੜੀ ਪੁਲਿਸ ਨੇ ਡਿਸਟੈਂਸ਼ਨ ਬਣਾਉਣੀ ਆ, ਮਿਸਾਲ ਪੈਦਾ ਕਰਨੀ ਆ, ਉਹ ਆਪ ਉੱਥੇ ਇਕੱਠੇ ਲੱਕ ਨਾਲ ਲੱਕ ਮਾਰਦੇ ਪਏ ਆ। ਕੀ ਕਰੋਗੇ ਤੁਸੀਂ? ਸੋ ਇਸ ਤਰ੍ਹਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਇੱਥੇ ਫਰੀਦਕੋਟ ਦੇ ਵਿੱਚੋਂ ਵੀ ਇੱਕ ਘਟਨਾ ਸਾਹਮਣੇ ਆਉਣ ਡਈ ਆ। ਦੱਸਦੇ ਉੱਥੇ ਵੀ ਇੱਕ ਦਿਨ ਰਿਟਾਇਰਮੈਂਟ ਦੀ ਪਾਰਟੀ ਚੱਲ ਗਈ ਆ ਵਿੱਚ ਹੀ, ਤੇ ਜਿੱਥੋਂ ਨਿਸ਼ਾਨੇਬਾਜ਼ੀ ਵਾਲੀ ਘਟਨਾ ਸਾਹਮਣੇ ਆਈ ਆ, ਸੁਣੀ ਹੋਣੀ ਆ ਤੁਸੀਂ, ਸਿੱਧੂ ਵਾਲੇ, ਉੱਥੋਂ ਵੀ ਦੱਸਦੇ ਆ ਕਿ ਵੀਰਾਪੂਰਾ ਬਾਅਦ ਦੇ ਵਿੱਚ ਬਰਾਮਦ ਹੋਈਆਂ ਉੱਥੇ ਜਿਹੜੇ ਚਸ਼ਮਦੀਦ ਸੀਗੇ। ਸੋ ਇਹ ਮਹਿਫਲਾਂ ਕਿਵੇਂ ਸੱਜ ਰਹੀਆਂ, ਕਿਵੇਂ ਕਿੱਦਾਂ ਕੀ ਹਿਸਾਬ ਕਿਤਾਬ ਚੱਲਦਾ ਪਿਆ, ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ